Guru Vaheguru 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 गुरु जी की साजी नवाजी गुरु रूप गुरु प्यारी साध संगत जी वाहिगुरु जी का खालसा वाहिगुरु जी की फतेह। गुरमुख प्यारे होए जो आप सिमरन अभ्यास करते हैं सास गिरास ये गुरबाणी गुरु अपन विधि तरीका जुगती दसी है कि तुसी सिमरन करो सास गिरास करो। जेड़े गुरसिख सास गिरास सिमरन करते हैं वो गुरु दे मन नूं भाउंदे वो गुरु नूं चंगे लगदे। मारे फरमाउंदे जो सास गिरास ए आई मेरा हर हर सो गुर सिख गुरु मन भावे। हुण आपां चाहुंदे सारी ये असीं गुरु नूं चंगे लगीए गुरु नूं भा जाइए। ਉਹਦੇ ਵਾਸਤੇ ਫਿਰ ਜੀਵ ਅਪਰਾਲਾ ਕਰਦਾ ਅਸੀਂ ਗੁਰਬਾਣੀ ਪੜ੍ਹਦੇ ਹਾਂ ਸੇਵਾ ਕਰਦੇ ਹਾਂ ਗੁਰੂ ਘਰ ਆਉਂਦੇ ਹਾਂ ਹੋਰ ਅਸੀਂ ਪੁੰਨ ਦਾਨ ਕਰਦੇ ਹਾਂ ਵੀ ਜਾ ਕੇ ਅਸੀਂ ਗੁਰੂ ਨੂੰ ਭਾ ਜਾਈਏ ਗੁਰੂ ਨੂੰ ਚੰਗੇ ਲੱਗੀਏ। ਤੇ ਆਪਾਂ ਨੂੰ ਗੁਰਬਾਣੀ ਗੁਰੂ 'ਚ ਦੱਸਿਆ ਕਿ ਕੌਣ ਗੁਰੂ ਨੂੰ ਭਾਉਂਦਾ जो सास गिरास सिमरन करता। जे असी हुण सिमरन तो करते नहीं फिर असी होर कुछ जो भी करते हैं वो साडे अंदर हौमे का कारण बन जाता। चाहे असी आपकी मत द्वारा पुन दान भी करते हैं पर जे साडा सिमरन नहीं वो साडा पुन दान किया होया भी वो किसी लेखे नहीं आता क्योंकि साडे अंदर होर हौमे होर हंकार आ जाता। जीव दूसरियां दी निंदिया करनी शुरू कर दिंदा कि मैं बड़ा दानी मैं बड़ा पुन करदा आ दूसरे पाप करते उन्हां दी निंदिया शुरू कर दिंदा। जाने जे होर जीव दे अंदर हौमे जिहड़ी वो होर आ जाती है। इस वास्ते फिर साडे अंदरों हौमे का नाश होना जे असी सिमरन करांगे
जे असी ये अभ्यास करांगे ਇਹਦੀ ਸਾਡੇ ਮਨ ਨੇ ਨਿਰਮਲ ਹੋਣਾ, ਫੇਰ ਹੀ ਇਹਨੇ ਨੀਵਾਂ, ਫੇਰ ਹੀ ਇਹਨੇ ਨਿਮਾਣਾ ਹੋਣਾ। ਜੇ ਹੁਣ ਅਸੀਂ ਸਿਮਰਨ ਨਹੀਂ ਕਰਦੇ, ਇਹ ਮਨ ਨਿਮਾਣਾ ਹੁੰਦਾ ਹੀ ਨਹੀਂ, ਮਨ ਨਿਰਮਲ ਹੁੰਦਾ ਹੀ ਨਹੀਂ, ਮਨ ਤਾਂ ਮੈਲਾ ਹੀ ਰਹਿੰਦਾ। ਜੇ ਸਾਡਾ ਮਨ ਹੀ ਮੈਲਾ ਹੈ, ਫਿਰ ਸਮਝੋ ਸਾਰਾ ਕੁਝ ਹੀ ਮੈਲਾ। ਮਾਰੇ ਕਹਿੰਦੇ ਮਨ ਮੈਲੇ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਈ। ਇਹ ਜਗ 'ਚ ਭਰਮ ਭੁਲਾਇਆ, ਬਿਰਲਾ ਬੁੱਝੇ ਕੋਈ। ਸਤਿਗੁਰੂ ਕਹਿੰਦੇ ਜਗਤ ਐਸਾ ਭਰਮ 'ਚ ਭੁੱਲਿਆ ਇਹ ਤਨ ਨੂੰ ਤਾਂ ਨਵਾਈ ਜਾਂਦਾ, ਤਨ ਦੀ ਸੁਚਮ ਰੱਖੀ ਜਾਂਦਾ। ਪਰ ਜਿਹੜਾ ਮਨ ਹੈ, ਮਨ ਦਾ ਗਿਆਨ ਨਹੀਂ ਹੈ, ਮਨ ਦੀ ਸੋਝੀ ਨਹੀਂ ਹੈ ਕਿ ਮਨ ਨੇ ਕਿਵੇਂ ਸੋਚਿਆ। ਹੁਣ ਮਨ ਦੀ ਕੀ ਸੋਚਾਂ ਮੈਂ, ਮਨ ਝੂਠਾ ਕਿਵੇਂ ਹੁੰਦਾ, ਮਨ ਨੂੰ ਕਿਹੜੀ ਝੂਠ ਲੱਗਦੀ। ਇਹ ਸਰੀਰ ਦਾ ਤਾਂ ਰੱਖ ਲਿਆ ਵੀ ਇਹ ਸਰੀਰ ਝੂਠਾ ਨਾ ਹੋ ਜੇ, ਇਹਨੂੰ ਪਵਿੱਤਰ ਰੱਖਣਾ, ਇਹਦੀ ਸਾਂਭ ਸੰਭਾਲ ਕਰਨੀ ਇਹਦੀ। ਹੁਣ ਇਸ ਸਰੀਰ ਦੀ ਅਸੀਂ ਕੀ ਪਵਿੱਤਰਤਾ ਕਰਨੀ, ਇਹਦੇ ਵਿੱਚ ਤਾਂ ਹੈ ਹੀ ਗੰਦਗੀ। ਇਹ ਜਿਹੜਾ ਸਰੀਰ ਹੈ ਇਹਦੇ ਵਿੱਚ ਹੱਡੀਆਂ, ਖੂਨ, ਵਿਸ਼ਟ, ਗੰਦਗੀ ਤੇ ਉੱਪਰ ਇਹਦੇ ਚਮੜਾ ਲਪੇਟਿਆ ਹੋਇਆ। ਗੰਦਗੀ ਤੋਂ ਬਿਨਾਂ ਹੋਰ ਇਹਦੇ ਅੰਦਰ ਹੈ ਹੀ ਕੁਛ ਨਹੀਂ। ਮਾਰੇ ਕਹਿੰਦੇ ਵਿਸ਼ਟ ਅਸਤ ਰਗਤ ਪਰੇਟੇ ਚਾਮ, ਤਿਸ ਉੱਪਰਲੇ ਰੱਖਿਓ ਗਮਾਨ। ਹੁਣ ਮਨਮੁਖ ਨੂੰ ਗਮਾਨ ਵੀ ਹੈ ਕਾਹਦੇ ਤੇ, ਇਹ ਗੰਦਗੀ 'ਤੇ। ਬਈ ਉਹਨੂੰ ਇਹ ਵੀ ਨਹੀਂ ਪਤਾ ਵੀ ਜਿਹਦੇ ਤੇ ਮੈਂ ਹਉਮੈ ਹੰਕਾਰ ਕਰ ਰਿਹਾ ਵੀ ਇਹਦੇ ਅੰਦਰ ਕੀ ਹੈ। ਸੋ ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਵੀ ਇਹ ਜੋ ਸਰੀਰ ਹੈ, ਸਰੀਰ ਨੂੰ ਤਾਂ ਜੀਵ ਸੋਚਿਆ ਕਰਦਾ ਜਿਹੜਾ ਕਿ ਸੋਚਿਆ ਹੋ ਨਹੀਂ ਸਕਦਾ। ਤੇ ਜੋ ਮਨ ਹੈ, ਮਨ ਸੋਚਿਆ ਹੋ ਸਕਦਾ ਪਰ ਮਨ ਨੂੰ ਸੋਚਿਆ ਕਰਦਾ ਨਹੀਂ। ਮਨ ਦੀ ਝੂਠ ਦਾ ਪਤਾ ਨਹੀਂ ਵੀ ਮਨ ਨੂੰ ਕਿਹੜੀ ਝੂਠ ਲੱਗੀ ਹੈ, ਮਨ ਕਿਵੇਂ ਝੂਠਾ ਹੁੰਦਾ, ਕਿਵੇਂ ਮੈਲਾ ਹੁੰਦਾ ਹੈ। ਹੁਣ ਸਤਿਗੁਰੂ ਸਾਨੂੰ ਸਮਝਾਉਂਦੇ ਕਿ ਜੋ ਮਨ ਦੀ ਝੂਠ ਹੈ, ਉਹਨੇ ਵਿਚਾਰ, ਇਹ ਦੁਬਧ, ਈਰਖਾ, ਵੈਰ, ਵਿਰੋਧ, ਨਫ਼ਰਤ, ਸੈਂਸੇ, ਫਿਕਰ, ਚਿੰਤਾਵਾਂ, ਇਹ ਸਭ ਮਨ ਦੇ ਉੱਤੇ ਝੂਠ ਲੱਗਦੀ। ਇਹਦੇ ਵਿੱਚ ਸਾਡਾ ਜਿਹੜਾ ਮਨ ਹੈ ਮੈਲਾ ਹੁੰਦਾ, ਇਹਨੂੰ ਕਹਿੰਦੇ ਪਾਪਾਂ ਦੀ ਮੈਲ। ਆਪ ਕੋਈ ਇਹ ਨਹੀਂ ਵੀ ਜਿਵੇਂ ਸੰਸਾਰ ਦੇ ਵਿੱਚ ਜੀਵ ਭਰਮ 'ਚ ਪਿਆ ਹੋਇਆ ਕਹਿੰਦਾ ਵੀ ਆਹ ਉਹਨੇ ਆਪ ਕਰਤਾ, ਬੜਾ ਮਾੜਾ ਕੰਮ ਕਰਤਾ। ਅਸੀਂ ਤਾਂ ਸਰੀਰ ਨੂੰ ਦੇਖ ਕੇ ਕਹਿੰਦੇ ਹਾਂ, ਅਸਲ ਦੇ ਵਿੱਚ ਪਾਪਾਂ ਦੀ ਮੈਲ ਜਿਹੜੀ ਉਹ ਮਨ ਦੇ ਉੱਤੇ ਲੱਗਦੀ। ਤੇ ਮਨ ਦੇ ਉੱਤੇ ਮੈਲ ਲੱਗਦੀ ਹੈ ਵੈਰ ਵਿਰੋਧ ਦੀ, ਈਰਖਾ ਨਫ਼ਰਤ ਦੀ, ਹਉਮੈ ਹੰਕਾਰ ਦੀ, ਨਿੰਦਿਆ ਚੁਗਲੀ ਦੀ। ਇਹ ਸਭ ਪਾਪਾਂ ਦੀ ਮੈਲ ਹੈ। ਹੁਣ ਇਹ ਮੈਲ ਮਨ ਦੀ ਨਾਮ ਤੋਂ ਬਿਨਾਂ ਉਤਰਦੀ ਨਹੀਂ, ਨਾਮ ਤੋਂ ਬਿਨਾਂ ਲੈਂਦੀ ਨਹੀਂ ਹੈ। ਸਰੀਰ ਦੀ ਮੈਲ ਤਾਂ ਆਪਾਂ ਲਾ ਲੈਂਦੇ ਹਾਂ, ਪਾਣੀ ਤੇ ਸਾਬਣ ਨਾਲ ਧੋ ਲਿਆ ਤੇ ਇਹਦੀ ਮੈਲ ਉਤਰ ਜਾਂਦੀ। ਕੱਪੜਾ ਆਪਾਂ ਪਹਿਨਦੇ ਹਾਂ, ਕੱਪੜਾ ਮੈਲਾ ਹੋ ਜਾਂਦਾ ਤੇ ਕੱਪੜੇ ਨੂੰ ਸਾਬਣ ਤੇ ਪਾਣੀ ਨਾਲ ਧੋ ਦਿਓ, ਉਹਦੀ ਮੈਲ ਉਤਰ ਗਈ। ਹੁਣ ਜਿਹੜੀ ਮਨ ਤੇ ਲੱਗੀ ਮੈਲ ਪਾਪਾਂ ਦੀ, ਉਹ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਨਾਮ ਦੁਬਾਰਾ ਉਤਰਦੀ। ਮਾਰੇ ਸਾਨੂੰ ਫਰਮਾਉਂਦੇ ਰੋਜ਼, ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤੇ ਉਤਰ ਸਕੇ। ਮੋਜ ਬਲੀਤੀ ਕੱਪੜ ਹੋਈ, ਦੇ ਸਾਬਣ ਲਈਏ ਉਥੋਈ। ਭਰੀਏ ਮਤ ਪਾਪਾਂ ਕੀ ਸੰਗ, ਉਹ ਚੋਬੇ ਨਾਮੇ ਕੀ ਰੰਗ।
ਹੁਣ ਤਨ ਦੇ ਉੱਤੇ ਖੇ ਪੈਂਦੀ, ਮਿੱਟੀ ਪੈਂਦੀ, ਮੈਲ ਲੱਗਦੀ, ਇਹਨੂੰ ਪਾਣੀ ਦੇ ਸਾਬਣ ਨਾਲ ਧੋ ਲਓ, ਲੈ ਗਈ। ਪਰ ਜਿਹੜੀ ਪਾਪਾਂ ਦੀ ਮੈਲ ਮਨ ਤੇ ਲੱਗੀ ਉਹ ਪਾਣੀ ਤੇ ਸਾਬਣ ਨਾਲ ਨਹੀਂ ਲੈਂਦੀ। ਉਹ ਅਸੀਂ ਕਿੰਨਾ ਤੀਰਥਾਂ ਤੇ ਇਸ਼ਨਾਨ ਕਰ ਲਈਏ, ਉਹ ਸਾਡੀ ਮੈਲ ਨਹੀਂ ਲੈਣੀ ਪਾਣੀ ਨਾਲ। ਸਾਡੇ ਮਨ ਦੀ ਮੈਲ ਲੈਣੀ ਨਾਮ ਦੁਆਰਾ। ਜਦੋਂ ਸਾਡੇ ਅੰਦਰ ਨਾਮ ਪ੍ਰਗਟ ਹੋ ਜਾਂਦਾ, ਮਾਲਕ ਦੀ ਆਵਾਜ਼ ਜੋ ਸਾਡੇ ਅੰਦਰ ਵਾਹਿਗੁਰੂ ਬੋਲਦੇ, ਉਹ ਜਦੋਂ ਆਵਾਜ਼ ਸਾਡੇ ਅੰਦਰ ਨਾਦ, ਜਿਹਨੂੰ ਸ਼ਬਦ ਗੁਰੂ ਦਾ ਨਾਮ ਦਿੱਤਾ, ਜਿਹਨੂੰ ਸਹਿਜ ਧੁਨ ਆਖੀਏ, ਉਹ ਜਦੋਂ ਪ੍ਰਗਟ ਹੁੰਦੀ ਉਹਨੂੰ ਅਸੀਂ ਸੁਣਦੇ ਹਾਂ। ਉਹਨੂੰ ਸੁਣ ਸੁਣ ਕੇ ਸਾਡੇ ਮਨ ਦੇ ਉੱਤੋਂ ਮੈਲ ਲੈਂਦੀ। ਇਸ ਲਈ ਫਿਰ ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਤੀਰਥ ਦਾ ਨਾਮ ਦਿੰਦੇ। ਬਈ ਜੀਵ ਸੰਸਾਰ 'ਚ ਜਾਂਦੇ ਤੀਰਥਾਂ 'ਚ, ਬਈ ਅਸੀਂ ਤੀਰਥ ਨਹਾਉਣ ਚੱਲੇ, ਯਾਤਰਾ ਤੇ ਚੱਲੇ। ਸਤਿਗੁਰੂ ਕਹਿੰਦੇ ਵੀ ਜੋ ਤੁਹਾਡੇ ਮਨ ਵਾਸਤੇ ਤੀਰਥ ਹੈ ਉਹ ਨਾਮ ਹੈ, ਤੁਹਾਡੇ ਅੰਦਰ ਹੈ। ਫਰਮਾਉਂਦੇ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ, ਅੰਤਰਗਤ ਤੀਰਥ ਮਲ ਲਾਓ। ਅੰਤਰਗਤ ਹੁੰਦਾ ਵੀ ਆਪਦੇ ਅੰਦਰ, ਅੰਤਰਮੁਖੀ ਹੋਵੋ, ਨਾਮ ਨੂੰ ਸੁਣੋ ਤੇ ਤੁਹਾਡਾ ਤੀਰਥ 'ਚ ਇਸ਼ਨਾਨ ਹੋ ਗਿਆ। ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਹਾਂ, ਇੱਕ ਜਣਾ ਕਰਦਾ, ਆਪਾਂ ਧਿਆਨ ਨਾਲ ਸੁਣਦੇ ਹਾਂ। ਇਹ ਸਤ ਸੰਗਤ ਨੂੰ ਵੀ ਤੀਰਥ ਦਾ ਨਾਮ ਦਿੱਤਾ। ਇੱਥੇ ਵੀ ਸਾਡੀ ਮੈਲ ਉਤਰਦੀ। ਮਾਰੇ ਕਹਿੰਦੇ ਮਨ ਤਨ ਧੋਵੇ ਸ਼ਬਦ ਵਿਚਾਰ। ਜਦੋਂ ਆਪਾਂ ਸ਼ਬਦ ਦੀ ਵਿਚਾਰ ਕਰਦੇ ਨਾਮ ਦੀ, ਉਹਦੇ ਨਾਲ ਵੀ ਆਪਣਾ ਮਨ ਤੇ ਮਨ ਦਾ ਤਨ ਸੁਖਮ ਦੋਵੇਂ ਧੋਤੀ ਜਾਂਦੀ। ਹਾਂ, ਹੁਣ ਜੋ ਆਪਾਂ ਪਿਛਲੇ ਕੁਝ ਦਿਨਾਂ ਤੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਜੋ ਆਪਾਂ ਨੂੰ ਉਪਦੇਸ਼ ਦੇ ਰਹੇ, ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਆਪਾਂ ਵਿਚਾਰ ਕਰਦੇ ਹਾਂ। ਅੱਜ ਆਪਾਂ ਵਿਚਾਰ ਕਰਨੀ ਸ਼ਲੋਕ ਅਤੇ ਅਸ਼ਟਪਦੀ 30ਵੀਂ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ, ਸ਼ਲੋਕ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮਹਾਰਾਜ ਇੱਥੇ ਦੱਸਦੇ ਆਪਾਂ ਨੂੰ ਵੀ ਗਿਆਨ ਦਾ ਅੰਜਨ, ਅੰਜਨ ਹੁੰਦਾ ਸੁਰਮਾ, ਇਸੇ ਗਿਆਨ ਨੂੰ ਅੰਜਨ ਆਖੀਏ। ਵੀ ਸਾਡੇ ਨੇਤਰਾਂ 'ਚ ਗੁਰੂ ਗਿਆਨ ਦਾ ਅੰਜਨ ਪਾਉਂਦੇ, ਜਿਹਦੇ ਨਾਲ ਸਾਡੇ ਅੰਦਰੋਂ ਅਗਿਆਨ ਦਾ ਹਨੇਰਾ, ਸਾਡੇ ਵਹਿਮ ਭਰਮ, ਸਾਡੇ ਸ਼ੰਕੇ, ਉਹ ਸਾਰੀ ਨਿਵਰਤ ਹੋ ਜਾਂਦੀ। ਇਹ ਜਦੋਂ ਮਾਲਕ ਕਿਰਪਾ ਕਰਦੇ ਫਿਰ ਹੀ ਸਾਨੂੰ ਐਸੇ ਸੰਤਾਂ ਦਾ, ਸਾਧੂਆਂ ਦਾ, ਗੁਰੂ ਦਾ ਸੰਗ ਹੁੰਦਾ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਵੀ ਜਦੋਂ ਮਾਲਕ ਨੇ ਕਿਰਪਾ ਕੀਤੀ ਤੇ ਸਾਨੂੰ ਸੰਤਾਂ ਦੀ ਭੇਟ ਹੋਈ, ਸੰਤਾਂ ਨਾਲ ਸਾਡਾ ਸੰਗ ਹੋਇਆ। ਇਹ ਉਹਨਾਂ ਦਾ ਸੰਗ ਕਰਕੇ ਸਾਡੇ ਹਿਰਦੇ 'ਚ ਪ੍ਰਕਾਸ਼ ਹੋ ਗਿਆ, ਗਿਆਨ ਦਾ ਚਰਨ, ਗਿਆਨ ਦਾ ਪ੍ਰਕਾਸ਼ ਹੋ ਗਿਆ। ਜਦੋਂ ਸਾਡੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਫਿਰ ਸਾਡਾ ਮਨ ਇਹਨਾਂ ਵਹਿਮਾਂ ਭਰਮਾਂ ਤੋਂ, ਸੈਂਸੇ ਫਿਕਰ ਚਿੰਤਾਵਾਂ ਤੋਂ, ਤ੍ਰੈ ਗੁਣਾਂ ਤੋਂ ਉੱਪਰ ਉੱਠ ਜਾਂਦਾ। ਜਿਹੜੇ ਵਹਿਮ ਭਰਮ ਸ਼ੰਕੇ, ਇਹ ਸਾਰੇ ਤ੍ਰੈ ਗੁਣਾਂ ਦੇ ਵਿੱਚ, ਮਾਇਆ ਦੇ ਵਿੱਚ, ਜਦੋਂ ਅਸੀਂ ਇਹਨਾਂ ਤਿੰਨਾਂ ਗੁਣਾਂ 'ਚ ਹੁੰਦੇ ਹਾਂ, ਇਹਨਾਂ ਦੇ ਵਿੱਚ ਭਰਮ ਹੈ। ਮਹਾਰਾਜ ਕਹਿੰਦੇ ਤ੍ਰੈ ਗੁਣ ਭਰਮ ਭੁਲਾਈ। ਇਹ ਤ੍ਰੈ ਗੁਣਾਂ 'ਚ ਭਰਮ ਹੀ ਭਰਮ, ਇੱਥੇ ਵਹਿਮ ਸ਼ੰਕੇ। ਤੇ ਜਦੋਂ ਅਸੀਂ ਤ੍ਰੈ ਗੁਣਾਂ ਤੋਂ ਉੱਪਰ ਉੱਠ ਕੇ ਨਾਮ ਨਾਲ ਜੁੜ ਕੇ, ਫਿਰ ਆਪਣੇ ਅੰਦਰ ਕੋਈ ਸ਼ੰਕਾ ਨਹੀਂ ਰਹਿੰਦੀ।
ਫਿਰ ਸਾਡੇ ਸਾਰੀ ਸ਼ੰਕੇ ਨਿਵਰਤ ਹੋ ਜਾਂਦੀ। ਫਿਰ ਸਾਡੇ ਵਾਸਤੇ ਸਾਰਾ ਕੁਝ ਹੀ ਭਲਾ। ਜਿਵੇਂ ਜੀਵ ਇੱਧਰ ਸ਼ੰਕੇ ਕਰਦੇ ਵੀ ਆਹ ਦਿਨ ਚੰਗਾ, ਆਹ ਦਿਨ ਮਾੜਾ, ਆਹ ਰੁੱਤ ਚੰਗੀ, ਆਹ ਰੁੱਤ ਮਾੜੀ, ਆਹ ਦਿਨ ਚੰਗਾ, ਆਹ ਦਿਨ ਨਹੀਂ ਚੰਗਾ। ਫਿਰ ਉਹਨਾਂ ਗੁਰਮੁਖਾਂ ਵਾਸਤੇ ਸਾਰੇ ਮਹੀਨੇ, ਸਾਰੇ ਦਿਨ, ਸਾਰੇ ਮਹੂਰਤ ਸਭ ਭਲੇ ਭਲੇ, ਸਭ ਚੰਗੇ ਚੰਗੇ। ਮਾਰੇ ਕਹਿੰਦੇ ਮਹਾਂ ਦਿਵਸ ਮੂਰਤ ਭਲੇ ਜਿਨ ਕੋ ਨਦਰ ਕਰੇ। ਵੀ ਜਿਨ੍ਹਾਂ 'ਤੇ ਮਾਲਕ ਦੀ ਨਜ਼ਰ ਹੋ ਗਈ ਉਹਨਾਂ ਨੂੰ ਸਾਰਾ ਕੁਛ ਹੀ ਭਲਾ। ਦਿਨ, ਮਹੀਨੇ, ਮਹੂਰਤ, ਘੜੀਆਂ ਸਭ ਸੁਲੱਖਣੀਆਂ। ਉਹ ਵਹਿਮਾਂ ਭਰਮਾਂ 'ਚ ਨਹੀਂ ਪੈਂਦੇ। ਜਿਵੇਂ ਸੰਸਾਰ 'ਚ ਜੀ ਵਹਿਮ ਕਰਦੇ ਵੀ ਆਹ ਦਿਨ ਚੰਗਾ, ਆਹ ਦਿਨ ਮਾੜਾ, ਆਹ ਦਿਨ ਆਹ ਕੰਮ ਕਰਨਾ, ਆਹ ਦਿਨ ਕਰਨਾ ਨਹੀਂ। ਜਿਵੇਂ ਆਮ ਪਹਿਲਾਂ ਵੀ ਕਰਦੇ ਸੀ ਜੀ ਵਹਿਮ, ਹੁਣ ਵੀ ਕਰਦੇ। ਜਿਵੇਂ ਕਈ ਜੀਵ ਕਹਿ ਦਿੰਦੇ ਵੀ ਆਹ ਦਿਨ, ਬੀਬੀਆਂ ਜ਼ਿਆਦਾ ਵੀ ਆਹ ਦਿਨ ਮਾੜਾ ਜੀ, ਆਹ ਦਿਨ ਆਹ ਕੰਮ ਨਹੀਂ ਕਰਨਾ, ਆਹ ਵੀਰਵਾਰ ਹੈ, ਆਹ ਮੰਗਲਵਾਰ ਹੈ, ਇੱਦਾਂ ਕੱਪੜੇ ਨਾ ਧੋਵੋ, ਏਸੀ ਨਾ ਨਹਾਵੋ, ਪਤਾ ਨਹੀਂ ਕੀ ਹੋ ਜਾਵੇ। ਮਤਲਬ ਕੀ ਵੀ ਇਹ ਵਹਿਮ ਭਰਮ, ਸ਼ੰਕੇ, ਇਹ ਸਾਰਾ ਕੁਝ ਤ੍ਰੈ ਗੁਣਾਂ 'ਚ ਭਰਮ ਦੇ ਵਿੱਚ। ਜਦੋਂ ਅਸੀਂ ਸਿਮਰਨ ਕਰਦੇ ਹਾਂ ਉਦੋਂ ਸਾਡੇ ਸਾਰੇ ਸ਼ੰਕੇ, ਸਾਰੇ ਵਹਿਮ ਭਰਮ ਖਤਮ ਹੋ ਜਾਂਦੇ। ਫਿਰ ਸਾਨੂੰ ਪਤਾ ਲੱਗਦਾ ਵੀ ਦਿਨ ਤਾਂ ਸਾਰੇ ਮਾਲਕ ਦੇ ਨੇ। ਜਿਸ ਦਿਨ ਅਸੀਂ ਮਾਲਕ ਨੂੰ ਚੇਤੇ ਕਰਦੇ ਹਾਂ ਉਹ ਸਾਡੇ ਲਈ ਦਿਨ ਚੰਗਾ ਹੀ ਚੰਗਾ। ਤੇ ਜਿੱਦਾਂ ਸਾਨੂੰ ਮਾਲਕ ਭੁੱਲਿਆ ਉਹ ਦਿਨ ਸਾਡੇ ਲਈ ਮਾੜਾ ਹੀ ਮਾੜਾ। ਉਹ ਕੋਈ ਵੀ ਦਿਨ ਹੋਵੇ, ਚਾਹੇ ਜ਼ਰੂਰੀ ਨਹੀਂ ਜਿਹਨੂੰ ਸੰਸਾਰ 'ਚ ਜੀਵ ਕਹਿੰਦਾ ਵੀ ਆਹ ਵੀਰਵਾਰ ਹੈ, ਆਹ ਮੰਗਲਵਾਰ ਹੈ ਜੀ। ਜੇ ਤਾਂ ਸਾਨੂੰ ਵੀਰਵਾਰ ਨੂੰ ਮਾਲਕ ਚੇਤੇ ਹੈ ਤੇ ਉਦੋਂ ਵਧੀਆ ਦਿਨ ਸਾਡੇ ਵਾਸਤੇ ਕੋਈ ਹੈ ਹੀ ਨਹੀਂ। ਤੇ ਜੇ ਸਾਨੂੰ ਮਾਲਕ ਭੁੱਲਿਆ ਹੋਇਆ ਫਿਰ ਸਾਡੇ ਵਾਸਤੇ ਸਾਰੇ ਦਿਨ ਹੀ ਮਾੜੇ, ਫਿਰ ਸਾਰੇ ਮਹੀਨੇ, ਸਾਰੀਆਂ ਰੁੱਤਾਂ ਹੀ ਮਾੜੀਆਂ। ਇਸ ਵਾਸਤੇ ਗੁਰਮੁਖਾਂ ਵਾਸਤੇ ਸਾਰਾ ਹੀ ਭਲਾ, ਕਿਉਂਕਿ ਉਹ ਮਾਲਕ ਨੂੰ ਭੁੱਲਦੇ ਨਹੀਂ, ਪਰਮਾਤਮਾ ਨੂੰ। ਤਾਂ ਕਰਕੇ ਉਹਨਾਂ ਵਾਸਤੇ ਸਾਰੀ ਦਿਨ ਚੰਗੀ, ਸਾਰੀ ਮਹੀਨੇ, ਸਭ ਸਾਲ, ਸਾਰੀਆਂ ਰੁੱਤਾਂ ਭਲੀਆਂ। ਇਸ ਲਈ ਮਹਾਰਾਜ ਕਹਿੰਦੇ ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸਿਉ ਨੇਹੋ। ਵੀ ਜੇ ਤਾਂ ਸਾਡਾ ਨੇਹ ਪਿਆਰ ਸੱਚ ਵਾਹਿਗੁਰੂ ਨਾਲ ਹੈ ਤੇ ਸਾਰੀਆਂ ਰੁੱਤਾਂ ਹੀ ਚੰਗੀਆਂ, ਸਾਰੇ ਦਿਨ ਚੰਗੇ। ਤੇ ਜੇ ਸਾਨੂੰ ਮਾਲਕ ਭੁੱਲਿਆ ਤੇ ਉਹ ਰੁੱਤ ਵੀ ਮਾੜੀ, ਉਹ ਦਿਨ ਵੀ ਮਾੜਾ। ਇਸ ਲਈ ਮਹਾਰਾਜ ਕਹਿੰਦੇ ਜਿਸ ਦਿਨ ਵੀ ਸਾਨੂੰ ਚੇਤੇ ਆਉਂਦਾ ਮਾਲਕ ਵੀ ਉਹ ਦਿਨ ਚੰਗਾ, ਤੇ ਜਦੋਂ ਭੁੱਲ ਗਿਆ ਉਹ ਦਿਨ ਮਾੜਾ। ਨਾਨਕ ਸੋਈ ਦਿਨ ਸੁਹਾਵੜਾ ਜਿਤ ਪ੍ਰਭਾਵੀ ਚਿੱਤ। ਜਿਸ ਦਿਨ ਵਿਸਰੇ ਪਾਰ ਬ੍ਰਹਮ ਫਿੱਟ ਭਲੇਰੀ ਰੁੱਤ। ਗੁਰੂ ਨਾਨਕ ਦੇਵ ਜੀ ਕਹਿੰਦੇ ਉਹ ਦਿਨ ਸੋਹਣਾ, ਉਹ ਦਿਨ ਬੜਾ ਚੰਗਾ ਵੀ ਜਿਸ ਦਿਨ ਸਾਨੂੰ ਮਾਲਕ ਚੇਤੇ ਆਉਂਦਾ, ਸਾਨੂੰ ਉਹਦੀ ਯਾਦ ਆਉਂਦੀ, ਅਸੀਂ ਉਹਦਾ ਸਿਮਰਨ ਕਰਦੇ, ਉਹ ਦਿਨ ਕਿੰਨਾ ਸੋਹਣਾ। ਤੇ ਜਦੋਂ ਸਾਨੂੰ ਉਹ ਭੁੱਲ ਗਿਆ, ਸਾਨੂੰ ਉਹ ਚੇਤੇ ਹੀ ਨਹੀਂ ਆਉਂਦਾ, ਕਹਿੰਦੇ ਫਿੱਟ ਲਾਣਤ ਐਸੇ ਦਿਨ ਦੀ, ਫਿੱਟ ਲਾਣਤ ਇਹੋ ਜਿਹੀ ਰੁੱਤ ਦੇ ਉੱਤੇ ਵੀ ਜਿਹਨੇ ਸਾਨੂੰ ਮਾਲਕ ਨੂੰ ਹੀ ਭੁਲਾ ਦੇਣਾ, ਪਰਮਾਤਮਾ ਨੂੰ ਹੀ ਭੁਲਾ ਦੇਣਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਆਪਾਂ ਨੂੰ ਫਿਰ ਸਤ ਸੰਗਤ ਮਿਲਦੀ, ਇਹਦੇ ਸਾਡੇ ਨੇਤਰਾਂ 'ਚ ਜਦੋਂ ਗਿਆਨ ਦਾ ਅੰਜਨ ਸੁਰਮਾ ਪੈਂਦਾ, ਫਿਰ ਸਾਨੂੰ ਸਾਡੇ ਅੰਦਰ ਦਾ ਭੇਤ ਆਉਂਦਾ, ਅੰਦਰ ਦੀ ਸੋਝੀ ਆਉਂਦੀ, ਤੇ ਫਿਰ ਪਤਾ ਲੱਗਦਾ ਵੀ ਇਹ ਤਾਂ ਸਾਰੇ ਵਹਿਮ ਭਰਮ ਬਾਹਰ ਦੇ ਨੇ ਜਿਹੜੇ ਸੰਸਾਰ ਜੀਵ ਕਰਨ ਲੱਗੇ ਹੋਏ ਨੇ, ਜਿਹਨੂੰ ਅਸੀਂ ਸਮਝਦੇ ਹਾਂ ਵੀ ਆਪ ਆਪ ਇਹ ਪੁੰਨ। ਇਹ ਸਿਰਫ ਵਿਚਾਰਾਂ 'ਚ, ਭਰਮ ਦੇ ਵਿੱਚ। ਜਿਹੜੇ ਗੁਰਮੁਖ ਨਾਮ ਨਾਲ ਜੁੜ ਗਏ ਉਹਨਾਂ ਨੂੰ ਵੀ ਪਾਪ ਪੁੰਨ ਨਹੀਂ ਹੈ, ਉਹ ਪਾਪ ਪੁੰਨ ਤੋਂ ਬਹੁਤ ਉੱਪਰ ਉੱਠ ਜਾਂਦੇ। ਉਹਨਾਂ ਵਾਸਤੇ ਪਾਪ ਪੁੰਨ ਦੋਵੇਂ ਇੱਕ ਸਮਾਨ ਨਹੀਂ। ਮਾਰੇ ਕਹਿੰਦੇ ਪਾਪ ਪੁੰਨ ਦੋਏ ਇੱਕ ਸਮਾਨ। ਬਈ ਇਹ ਪਾਪ ਪੁੰਨ ਜਿਹੜੇ ਤ੍ਰੈ ਗੁਣਾਂ 'ਚ,
ਵਿਚਾਰਾਂ ਦੇ ਵਿੱਚ। ਵਿਚਾਰਾਂ 'ਚ ਅਸੀਂ ਕਹਿੰਦੇ ਹਾਂ ਪਾਪ ਹੈ ਪੁੰਨ ਹੈ। ਜਦੋਂ ਅਸੀਂ ਇਹਨਾਂ ਤੋਂ ਉੱਪਰ ਉੱਠ ਗਏ ਤੇ ਸਾਨੂੰ ਕੋਈ ਪਾਪ ਨਹੀਂ ਕੋਈ ਪੁੰਨ ਨਹੀਂ, ਇਹ ਦੋਵਾਂ ਤੋਂ ਹੀ ਉੱਪਰ ਚਲੇ ਗਏ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਹੋਏਗਾ ਤਾਂ ਹੀ ਅਸੀਂ ਉੱਪਰ ਫੇਰ ਹੀ ਉੱਠਾਂਗੇ। ਪਹਿਲਾਂ ਸਾਨੂੰ ਗਿਆਨ ਹੋਏਗਾ, ਫਿਰ ਗਿਆਨ ਤੋਂ ਬਾਅਦ ਅਸੀਂ ਧਿਆਨ ਦੀ ਅਵਸਥਾ 'ਚ ਜਾਣਾ। ਜਦੋਂ ਧਿਆਨ 'ਚ ਸਹਿਜ ਚਲੇ ਗਏ ਤੇ ਅਸੀਂ ਇਹਨਾਂ ਪਾਪ ਪੁੰਨ ਤੋਂ, ਦੁੱਖਾਂ ਸੁੱਖਾਂ ਤੋਂ, ਵਹਿਮਾਂ ਭਰਮਾਂ ਤੋਂ ਸਭ ਤੋਂ ਉੱਪਰ ਚਲੇ ਗਏ। ਅੱਗੇ ਮਹਾਰਾਜ ਕਹਿੰਦੇ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸੰਤਾਂ ਦਾ ਸੰਗ ਕਰਕੇ ਅਸੀਂ ਆਪਦੇ ਅੰਦਰ ਉਹ ਪਰਮਾਤਮਾ ਨੂੰ ਦੇਖ ਲਿਆ, ਮਾਲਕ ਨੂੰ ਦੇਖ ਲਿਆ, ਤੇ ਉਹਨਾਂ ਦਾ ਸੰਗ ਕਰਕੇ ਸਾਨੂੰ ਪਰਮਾਤਮਾ ਦਾ ਜਿਹੜਾ ਨਾਮ ਹੈ ਉਹ ਮਿੱਠਾ ਲੱਗਣ ਲੱਗ ਜਾਂਦਾ। ਜਿਵੇਂ ਹੁਣ ਆਪਾਂ ਪਹਿਲਾਂ ਸਿਮਰਨ ਨਹੀਂ ਕਰਦੇ, ਸੰਗਤ ਨਹੀਂ ਕਰਦੇ, ਜਦੋਂ ਆਪਾਂ ਨੂੰ ਸੰਤਾਂ ਦਾ ਸੰਗ ਹੁੰਦਾ ਉਹ ਸਾਨੂੰ ਕਹਿੰਦੇ ਵੀ ਤੁਸੀਂ ਸਿਮਰਨ ਕਰੋ, ਸਤ ਸੰਗਤ ਕਰੋ, ਤੇ ਆਪਾਂ ਕਰਨ ਲੱਗ ਜਾਂਦੇ ਹਾਂ। ਫਿਰ ਆਪਾਂ ਨੂੰ ਮਾਲਕ ਦਾ ਨਾਮ ਮਿੱਠਾ ਲੱਗਣ ਲੱਗ ਜਾਂਦਾ। ਪਹਿਲਾਂ ਆਪਾਂ ਸਿਮਰਨ ਕਰਦੇ ਨਹੀਂ, ਤੇ ਫਿਰ ਜਦੋਂ ਸਾਨੂੰ ਰਸ ਆਉਣ ਲੱਗ ਜਾਂਦਾ ਫਿਰ ਸਾਡਾ ਛੱਡਣ ਨੂੰ ਚਿੱਤ ਨਹੀਂ ਕਰਦਾ। ਫਿਰ ਸਾਨੂੰ ਇਉਂ ਲੱਗਦਾ ਵੀ ਸਿਮਰਨ ਕੀਤੀ ਜਾਈਏ, ਤੇ ਉਹ ਸਾਨੂੰ ਮਾਲਕ ਦਾ ਜਿਹੜਾ ਸਿਮਰਨ ਉਹ ਫਿਰ ਸਾਨੂੰ ਉਹਦੇ 'ਚੋਂ ਰਸ ਆਉਣ ਲੱਗ ਜਾਂਦਾ, ਸਾਡਾ ਮੁੱਖ ਮਿੱਠਾ ਹੋਣ ਲੱਗ ਜਾਂਦਾ ਜਿਉਂ-ਜਿਉਂ ਅਸੀਂ ਸਿਮਰਨ ਕਰਾਂਗੇ, ਤੇ ਮਾਲਕ ਦਾ ਨਾਮ ਸਾਨੂੰ ਮਿੱਠਾ ਲੱਗਣ ਲੱਗ ਜਾਂਦਾ। ਜਿਉਂ-ਜਿਉਂ ਸਾਡਾ ਮਨ ਸਹਿਜ 'ਚ ਜਾਏਗਾ, ਵਿਚਾਰਾਂ ਤੋਂ ਰਹਿਤ ਹੋਏਗਾ, ਜਿਉਂ-ਜਿਉਂ ਸਾਡਾ ਪਿਆਰ ਪਏਗਾ ਮਾਲਕ ਦੇ ਨਾਲ। ਇਸ ਵਾਸਤੇ ਫਿਰ ਇਹ ਹੁੰਦਾ ਤਾਂ ਹੀ ਹੈ ਜਦੋਂ ਅਸੀਂ ਸਤ ਸੰਗਤ ਕਰਦੇ ਹਾਂ, ਫਿਰ ਹੀ ਅਸੀਂ ਮਾਲਕ ਨੂੰ ਦੇਖਦੇ ਹਾਂ, ਫਿਰ ਹੀ ਸਾਨੂੰ ਮਾਲਕ ਦਾ ਨਾਮ ਮਿੱਠਾ ਲੱਗਣ ਲੱਗਦਾ। ਤੇ ਇਹੋ ਆਪਾਂ ਨੂੰ ਸਮਝਾਉਂਦੇ ਵੀ ਪਰਮਾਤਮਾ ਦੇ ਜਿਹੜੇ ਗੁਣ, ਮਾਲਕ ਦੇ ਉਹ ਮਿੱਠੇ ਗੁਣ ਨੇ, ਵੀ ਉਹਨਾਂ ਨੂੰ ਗਾਵੋ। ਜਦੋਂ ਤੁਸੀਂ ਗਾਵੋਗੇ ਤੁਹਾਡੇ ਮੁਖ ਦੇ ਵਿੱਚ ਅੰਮ੍ਰਿਤ ਆਉਣਾ ਸ਼ੁਰੂ ਹੋ ਜਾਏਗਾ। ਮਾਰੇ ਕਹਿੰਦੇ ਮੀਠੇ ਹਰ ਗੁਣ ਗਾਓ ਜਿੰਦੂ ਤੂੰ, ਮੀਠੇ ਹਰ ਗੁਣ ਗਾਓ ਸੱਚੇ ਸੀਤੀ ਰਤਿਆਂ, ਮਿਲਿਆ ਨ ਥਾਵੇ ਥਾਓ। ਵੀ ਜਦੋਂ ਅਸੀਂ ਮਾਲਕ ਦੇ ਗੁਣ ਗਾਵਾਂਗੇ, ਜਿੰਦ ਮਨ ਨੂੰ ਕਹਿ ਰਹੇ ਜਿੰਦੂ ਵੀ ਮਾਲਕ ਦੇ ਗੁਣ ਗਾ, ਉਹਦੇ ਗੁਣ ਗਾਵਾਂਗੇ ਤੇ ਸਾਨੂੰ ਨਥਾਵਿਆਂ ਨੂੰ ਥਾਂ ਮਿਲ ਜੇਗੀ, ਦਰਗਾਹ ਦੇ ਵਿੱਚ ਮਾਲਕ ਦੇ ਚਰਨਾਂ 'ਚ ਥਾਂ ਮਿਲ ਜੇਗੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਹੁੰਦਾ ਫੇਰ ਹੀ ਜਦੋਂ ਸਾਨੂੰ ਸੰਤ ਜਨਾਂ ਦਾ ਸੰਗ ਹੁੰਦਾ। ਅੱਗੇ ਮਹਾਰਾਜ ਕਹਿੰਦੇ ਸਗਲ ਸਮਗਰੀ ਏਕ ਸਗਟ ਮਾਹੀ, ਅਨੇਕ ਰੰਗ ਨਾਨਾ ਦ੍ਰਿਸ਼ਟਾਹੀ। ਫਿਰ ਸਾਨੂੰ ਜਦੋਂ ਅਸੀਂ ਅੰਦਰ ਮਾਲਕ ਨੂੰ ਦੇਖਦੇ ਹਾਂ ਤੇ ਸਾਨੂੰ ਬਾਹਰ ਵੀ ਉਹ ਦਿਖਾਈ ਦਿੰਦਾ, ਤੇ ਫਿਰ ਜਿੰਨੇ ਵੀ ਸ੍ਰਿਸ਼ਟੀ, ਜੋ ਵੀ ਜੀਵ ਮਾਲਕ ਨੇ ਪੈਦਾ ਕੀਤੇ, ਸਾਨੂੰ ਸਾਰਾ ਕੁਛ ਉਹਦੇ ਵਿੱਚ ਹੀ ਦਿਖਾਈ ਦਿੰਦਾ, ਵੀ ਸਾਰਾ ਕੁਛ ਮਾਲਕ ਦੇ ਵਿੱਚ ਹੀ। ਪਰਮਾਤਮਾ ਸਾਰੀ ਘਟਾਂ ਦੇ ਵਿੱਚ ਤੇ ਅਸੀਂ ਉਹਦੇ ਵਿੱਚ। ਪਰਮਾਤਮਾ ਨੂੰ ਸੂਖਮ ਕਹਿੰਦੇ ਤੇ ਸਰੀਰ ਨੂੰ ਅਸਥੂਲ ਕਹਿੰਦੇ। ਜਿਹੜੇ ਗੁਰਮੁਖ ਸੂਖਮ ਮਾਲਕ ਦੇ ਵਿੱਚ ਅਸਥੂਲ ਨੂੰ ਦੇਖਦੇ, ਉਸ ਨੂੰ ਫਿਰ ਕਹਿੰਦੇ ਨੇ ਸੂਖਮ ਹੈ ਜਾਣੇ ਅਸਥੂਲਾ, ਲਖੀ ਨਾ ਜਾਈ ਨਾਨਕ ਲੀਲਾ। ਬਈ ਇਹ ਗੁਰਮੁਖ ਨੇ ਇਹ ਮਾਲਕ ਦੇ ਵਿੱਚ ਦੇਖਦੇ ਸਾਰਾ ਕੁਛ, ਵੀ ਜੋ ਵੀ ਉਹਨਾਂ ਨੂੰ ਦਿਖਾਈ ਦਿੰਦਾ ਮਾਲਕ ਦੇ ਵਿੱਚ ਹੀ ਦਿਖਾਈ ਦਿੰਦਾ। ਇਹ ਆਪਾਂ ਨੂੰ ਪਤਾ ਲੱਗਦਾ ਵੀ ਇਹ ਸਰੀਰ ਆਕਾਰ ਤਾਂ ਬਹੁਤ ਛੋਟੇ ਛੋਟੇ ਨੇ, ਮਾਲਕ ਕਿੱਡਾ ਵੱਡਾ। ਵੀ ਅਸੀਂ ਛੋਟੇ ਛੋਟੇ ਉਹਦੇ ਵਿੱਚ ਜੀਵ ਮਾਲਕ ਦੇ ਉਹਦੇ ਵਿੱਚ ਹੀ ਰਹਿੰਦੇ ਹਾਂ। ਉਹ ਦਰਿਆ ਹੈ, ਅਸੀਂ ਨਿੱਕੀ ਜਿਹੀ ਬੂੰਦ। ਜਿਸ ਨੂੰ ਮਾਰੇ ਕਹਿੰਦੇ ਤੂੰ ਦਰਿਆਓ ਦਾਨਾ ਬੀਨਾ, ਮੈਂ ਮਛਲੀ ਕੈਸੇ ਅੰਤ ਲਹਾਂ। ਬਈ ਤੇਰਾ ਜਿਹੜਾ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਹੁਣ ਸਮੁੰਦਰ 'ਚ ਮੱਛੀ ਹੈ,
ਹੁਣ ਮੱਛੀ ਆ ਕੇ ਵੀ ਮੈਂ ਸਮੁੰਦਰ ਦਾ ਅੰਤ ਪਾ ਲਵਾਂ ਤੇ ਉਹ ਨਹੀਂ ਅੰਤ ਪਾ ਸਕਦੀ, ਉਹਦੇ ਵਿੱਚ ਤਾਂ ਰਹਿ ਸਕਦੀ ਹੈ ਪਰ ਉਹਦਾ ਅੰਤ ਨਹੀਂ ਪਾ ਸਕਦੀ। ਇਸੇ ਤਰ੍ਹਾਂ ਹੀ ਆਪਾਂ ਉਹਦੇ ਬੱਚੇ, ਮਾਲਕ ਦਾ ਇਹ ਸਾਰਾ ਘਰ ਹੈ ਜੋ ਆਪਾਂ ਇਹ ਧਰਤੀ ਤੋਂ ਅਸਮਾਨ ਤੱਕ ਦੇਖਦੇ ਹਾਂ ਖਾਲੀ ਖਿਲਾ, ਇਸ ਨੂੰ ਮਾਲਕ ਦਾ ਘਰ ਆਖਿਆ, ਇਹਨੂੰ ਸੱਚਖੰਡ ਦਾ ਨਾਮ ਦਿੱਤਾ। ਇਹ ਅਸੀਂ ਸਾਰੇ ਜੀਵ ਸੱਚਖੰਡ ਦੇ ਵਿੱਚ ਹੀ ਵੱਸਦੇ ਹਾਂ, ਮਾਲਕ ਦੇ ਵਿੱਚ ਹੀ ਵੱਸਦੇ, ਉਹਦੇ ਵਿੱਚ ਹੀ ਤੁਰੇ ਫਿਰਦੇ ਹਾਂ, ਚੱਲਦੇ ਫਿਰਦੇ, ਕੰਮ ਕਾਰ ਕਰਦੇ, ਸਾਰਾ ਕੁਛ ਉਹਦੇ ਵਿੱਚ ਹੀ ਕਰਦੇ। ਇਸ ਲਈ ਫਿਰ ਮਹਾਰਾਜ ਕਹਿੰਦੇ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਘਰ ਵਿੱਚ ਵਾਸ। ਵੀ ਇਹ ਜਗਤ ਇਹ ਸਾਰਾ ਸੱਚ ਦਾ ਘਰ ਹੈ ਮਾਲਕ ਦਾ, ਤੇ ਇਹਦੇ ਵਿੱਚ ਸੱਚ ਹੀ ਵੱਸਦਾ, ਪਰਮਾਤਮਾ ਹੀ ਵੱਸਦਾ ਹੈ। ਇਸ ਲਈ ਇਸ ਨੂੰ ਫਿਰ ਹਰਮੰਦਰ ਵੀ ਆਖੇ। ਹਰਮੰਦਰ ਇਹੋ ਜਗਤ ਹੈ ਗੁਰਬਿਨ ਘੋਰ ਅੰਧਾਰ, ਦੂਜਾ ਭਾਵ ਕਰ ਬੂਝਦੇ ਮਨਮੁਖ ਅੰਧ ਗਵਾਰ। ਵੀ ਜਿਹੜੇ ਮਨਮੁਖ ਨੇ ਉਹਨਾਂ ਨੂੰ ਪਤਾ ਨਹੀਂ ਵੀ ਇਹ ਹਰੀ ਦਾ ਮੰਦਰ, ਮਾਲਕ ਦਾ ਘਰ ਏਡਾ ਵੱਡਾ ਸੀ, ਉਹਦੇ ਵਿੱਚ ਵੱਸਦੇ। ਉਹ ਦੂਜਾ ਭਾਵ ਉਹ ਛੋਟਾ ਛੋਟਾ ਬਣਾ ਕੇ ਪੂਜਦੇ, ਕੋਈ ਪੱਥਰ ਦੀ ਪੂਜਾ ਕਰਦਾ, ਕੋਈ ਦਰਖਤ ਦੀ ਪੂਜਾ ਕਰਦਾ, ਕੋਈ ਭੂਤਾਂ ਪ੍ਰੇਤਾਂ ਨੂੰ ਮੰਨਦਾ, ਕੋਈ ਪਸ਼ੂਆਂ ਨੂੰ ਮੰਨਦਾ। ਉਹ ਛੋਟਾ ਛੋਟਾ ਬਣਾ ਕੇ, ਜਿਵੇਂ ਕਿਸੇ ਨੇ ਮੱਟੀ ਬਣਾ ਲਈ 4 ਇੱਟਾਂ ਰੱਖ ਕੇ ਉਹਦੀ ਪੂਜਾ ਕਰੀ ਜਾਂਦੇ ਸੀ। ਸੋ ਇਹ ਹੈ ਅਗਿਆਨਤ, ਇਹਨੂੰ ਕਹਿੰਦੇ ਦੂਜਾ ਭਾਵ ਕਰ ਪੂਜਦੇ ਮਨਮੁਖ ਅੰਧ ਗਵਾਰ। ਵੀ ਮਨਮੁਖ ਅੰਨੇ ਨੇ ਅਗਿਆਨਤਾ ਦੇ ਵਿੱਚ, ਇਹਨਾਂ ਨੂੰ ਸੋਝੀ ਨਹੀਂ, ਇਹਨਾਂ ਨੂੰ ਗਿਆਨ ਨਹੀਂ ਬਿਲਕੁਲ ਵੀ ਹੈ। ਸੋ ਇਸੇ ਕਰਕੇ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਵੀ ਰੋਜ਼ ਸਮਝਾਉਂਦੇ, ਮਾਰੇ ਕਹਿੰਦੇ ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਧਾਇਓ, ਕੂਰ ਕਿਰਿਆ ਮੇ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਵੀ ਇਹਨਾਂ ਨੇ ਭਗਵਾਨ ਦਾ ਤਾਂ ਭੇਦ ਨਹੀਂ ਪਾਇਆ, ਕੂੜ ਕਿਰਿਆ ਦੇ ਵਿੱਚ ਲੱਗੇ ਹੋਏ ਨੇ। ਕੋਈ ਬੁੱਤਾਂ ਨੂੰ ਪੂਜੀ ਜਾਂਦਾ, ਕੋਈ ਮਰਿਆਂ ਦੀ ਪੂਜਾ ਕਰੀ ਜਾਂਦਾ, ਵੱਡੇ ਵਡੇਰਿਆਂ ਨੂੰ ਮੰਨੀ ਜਾਂਦਾ, ਕੋਈ ਆਪਦੇ ਪਿਤਰਾਂ ਨੂੰ ਮੰਨਦਾ, ਜਾਣੀ ਦੀ ਵੱਖੋ ਵੱਖਰਾ ਜੀਵ। ਸਤਿਗੁਰੂ ਕਹਿੰਦੇ ਵੀ ਇਹਨਾਂ ਨੇ ਜੋ ਸ੍ਰੀ ਭਗਵਾਨ ਮਾਲਕ ਉਹਨੂੰ ਨਹੀਂ ਜਾਣਿਆ, ਉਹਦਾ ਭੇਦ ਨਹੀਂ ਲਿਆ। ਸੋ ਜਿਨ੍ਹਾਂ ਨੂੰ ਫਿਰ ਸੰਤ ਜਨਾਂ ਦਾ ਸੰਗ ਹੋ ਗਿਆ, ਉਹਨਾਂ ਨੂੰ ਫਿਰ ਇਹ ਭੇਦ ਆ ਜਾਂਦਾ, ਉਹ ਫਿਰ ਦੂਜੇ ਨੂੰ ਨਹੀਂ ਮੰਨਦੇ, ਉਹ ਇੱਕ ਨੂੰ ਮੰਨਦੇ, ਮਾਲਕ ਨੂੰ, ਵੀ ਤੂੰ ਹਰ ਥਾਂ ਤੇ ਅਸੀਂ ਤੈਨੂੰ ਮੰਨਣਾ। ਸੋ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਅਨੇਕਾਂ ਫਿਰ ਜੋ ਮਾਲਕ ਨੇ ਆਕਾਰ ਪੈਦਾ ਕੀਤੇ, ਇਹ ਖੇਲ ਚੱਲ ਲਿਆ, ਅਨੇਕ ਰੰਗ ਨਾਨਾ ਦ੍ਰਿਸ਼ਟ ਆਈ। ਵੀ ਫਿਰ ਇਹ ਜੋ ਦ੍ਰਿਸ਼ਟ ਮਨ ਵੀ ਨਜ਼ਰ ਆਉਂਦਾ, ਇਹਦੇ ਵਿੱਚ ਵੀ ਉਹ ਮਾਲਕ ਨੂੰ ਦੇਖਦੇ। ਇਹ ਮਹਾਰਾਜ ਕਹਿੰਦੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸ਼ਰਾਮ। ਹੁਣ ਇੱਥੇ ਸਾਨੂੰ ਭੇਜ ਦਿੰਦੇ ਨਾਮ ਦਾ। ਜਿਵੇਂ ਅਸੀਂ ਬੇਸ਼ੱਕ ਨਾਮ ਨੂੰ ਨਹੀਂ ਵੀ ਜਾਣਦੇ, ਫਿਰ ਵੀ ਅਸੀਂ ਜਾਣੇ ਅਣਜਾਣੇ ਵਿੱਚ ਬੇਨਤੀਆਂ ਕਰਦੇ ਵੀ ਸਾਨੂੰ ਨਾਮ ਦੇਵੋ। ਜੀਵ ਜਾਂਦੇ ਸੰਤਾਂ ਸਾਧੂਆਂ ਕੋਲ, ਉਹਨਾਂ ਨੂੰ ਬੇਨਤੀ ਕਰਦੇ ਸਾਨੂੰ ਨਾਮ ਦੇਵੋ। ਆਵਾ ਗੁਰੂ ਘਰ ਆਉਂਦੇ ਆ, ਇੱਥੇ ਆ ਕੇ ਬੇਨਤੀ ਕਰਦੇ ਸਾਨੂੰ ਨਾਮ ਦੇਵੋ। ਤੇ ਅਰਦਾਸ 'ਚ ਵੀ ਇਹੋ ਬੇਨਤੀ ਕਰਦੇ ਰੋਜ਼, ਸਿੱਖਾਂ ਨੂੰ ਦਾਨਾ ਸਿਰ ਦਾਨ, ਨਾਮ ਦਾਨ। ਹੁਣ ਇਹ ਜੋ ਅਸੀਂ ਨਾਮ ਦਾ ਦਾਨ ਮੰਗਦੇ, ਮਾਰੇ ਸਾਨੂੰ ਭੇਜ ਦਿੰਦੇ ਨਾਮ ਦਾ, ਵੀ ਇਹ ਤੁਹਾਨੂੰ ਕਿਤੋਂ ਬਾਹਰੋਂ ਤਾਂ ਮਿਲਣਾ ਨਹੀਂ ਨਾਮ। ਇਹ ਜੋ ਤੁਸੀਂ ਨਾਮ ਮੰਗਦੇ ਹੋ, ਇਹ ਕੋਈ ਬਾਹਰੋਂ ਮਿਲਣ ਵਾਲੀ ਚੀਜ਼ ਨਹੀਂ ਹੈ, ਤੁਹਾਨੂੰ ਕੋਈ ਦੇ ਨਹੀਂ ਸਕਦਾ, ਤੁਹਾਡੇ ਅੰਦਰ ਹੈ ਸਾਰਿਆਂ ਦੇ ਨਾਮ। ਤੇ ਨਾਮ ਗੁਪਤ ਤੇ ਪ੍ਰਗਟ ਕਰਨਾ ਪੈਂਦਾ, ਤੇ ਪ੍ਰਗਟ ਗੁਰੂ ਦੀ ਮੱਤ ਦੁਆਰਾ ਹੁੰਦਾ ਹੈ। ਇਸ ਲਈ ਫਿਰ ਸਾਨੂੰ ਸਮਝਾਉਂਦੇ ਵੀ ਇਹ ਨਾਮ ਕਿਤੇ ਬਾਹਰ ਨਹੀਂ ਹੈ। ਕੋਈ ਚਾਹੇ ਸੰਤ ਹੈ, ਕੋਈ ਸਾਧੂ ਹੈ, ਉਹ ਸਾਨੂੰ ਨਾਮ ਨਹੀਂ ਦੇ ਸਕਦਾ, ਉਹਨਾਂ ਨੇ ਸਾਨੂੰ ਨਾਮ ਦਾ ਭੇਦ ਦੇਣਾ ਹੁੰਦਾ। ਜੇ ਤਾਂ ਅਸੀਂ ਵਾਕਈ ਹੀ ਸੰਤਾਂ ਸਾਧੂਆਂ ਕੋਲ ਜਾਂਦੇ ਹਾਂ, ਜੇ ਤਾਂ ਉਹ ਹੈ ਸੰਤ ਸਾਧੂ, ਅਸੀਂ ਉਹਨੂੰ ਬੇਨਤੀ ਕਰਦੇ ਵੀ ਸਾਨੂੰ ਨਾਮ ਦੇਵੋ, ਫਿਰ ਉਹ ਸਾਨੂੰ ਦੱਸੇਗਾ ਵੀ ਨਾਮ ਕੋਈ ਦੇਣ ਵਾਲੀ ਤਾਂ ਚੀਜ਼ ਨਹੀਂ, ਨਾਮ ਤਾਂ ਤੁਹਾਡੇ ਅੰਦਰ ਹੈਗਾ ਹੀ ਹੈ।
ਪਰ ਉਸ ਨਾਮ ਨੂੰ ਤੁਸੀਂ ਪ੍ਰਗਟ ਕਰਨਾ ਹੈ ਗੁਪਤ ਹੈ ਤੁਹਾਡੇ ਅੰਦਰ। ਤੇ ਪ੍ਰਗਟ ਕਿਵੇਂ ਹੋਣਾ, ਉਹਦੇ ਵਾਸਤੇ ਸਾਨੂੰ ਉਹਨੇ ਜੁਗਤੀ ਦੱਸਣੀ ਵੀ ਆ ਜੁਗਤੀ ਦੁਬਾਰਾ ਤੁਸੀਂ ਇਸ ਆਸਗਰ ਸਿਮਰਨ ਕਰੋ। ਜਦੋਂ ਫਿਰ ਅਸੀਂ ਉਹਨਾਂ ਦੇ ਦੱਸੇ ਮੁਤਾਬਕ ਸਿਮਰਨ ਕਰਦੇ ਤੇ ਆਪਣਾ ਮਨ ਵਿਚਾਰਾਂ ਤੋਂ ਰਹਿਤ ਹੋ ਜਾਂਦਾ ਤੇ ਉਹੀ ਉਹ ਨਾਮ ਜੋ ਸਾਡੇ ਅੰਦਰ ਗੁਪਤ ਹੁੰਦਾ ਉਹ ਪ੍ਰਗਟ ਹੋ ਜਾਂਦਾ। ਆਪਣੇ ਅੰਦਰ ਹੀ ਅਨਹਦ ਵਾਜੇ, ਅਨਹਦ ਧੁਨਾਂ, ਅਨਹਦ ਸ਼ਬਦ ਪ੍ਰਗਟ ਹੋ ਜਾਂਦੇ, ਸਾਨੂੰ ਸੁਣਨ ਲੱਗ ਜਾਂਦੇ। ਇਸ ਕਰਕੇ ਫਿਰ ਆਪਾਂ ਇਹ ਜਿਹੜਾ ਸਿਮਰਨ ਕਰਦੇ ਹਾਂ, ਸਿਮਰਨ ਇਸੇ ਕਰਕੇ ਕਰਦੇ ਵੀ ਸਾਡੇ ਅੰਦਰ ਜੋ ਨਾਮ ਗੁਪਤ ਹੈ ਉਹ ਪ੍ਰਗਟ ਹੋ ਜੇ। ਹੁਣ ਜਿਉਂ-ਜਿਉਂ ਆਪਾਂ ਸਿਮਰਨ ਕਰਾਂਗੇ ਸਾਡੇ ਅੰਦਰ ਉਹ ਸ਼ਬਦ ਚੱਲ ਹੀ ਰਹੇ ਨੇ, ਸਾਰਿਆਂ ਦੇ ਅੰਦਰ ਉਹ ਬੰਦ ਤਾਂ ਹੁੰਦੇ ਨਹੀਂ। ਜਿੰਨਾ ਸਮਾਂ ਆਪਾਂ ਇਸ ਸਰੀਰ 'ਚ ਰਹਿਣਾ ਉਹ ਤਾਂ ਵੱਜਦੇ ਹੀ ਰਹਿਣੇ ਸਾਡੇ ਅੰਦਰ, ਪਰ ਸਾਨੂੰ ਸੁਣਦੇ ਤਾਂ ਨਹੀਂ ਕਿਉਂਕਿ ਸਾਡਾ ਮਨ ਬਾਹਰ ਮੁਖੀ ਹੈ। ਅਸੀਂ ਵਿਚਾਰਾਂ 'ਚ ਬਾਹਰ ਘੁੰਮਦੇ ਹਾਂ ਤੇ ਉਹ ਸਾਡੇ ਅੰਦਰ ਚੱਲ ਰਹੇ ਨੇ। ਹੁਣ ਜਿਉਂ-ਜਿਉਂ ਆਪਾਂ ਸਿਮਰਨ ਕਰਕੇ ਸਹਿਜ ਵਿੱਚ ਆਉਂਦੇ ਤੇ ਫਿਰ ਸਾਨੂੰ ਉਹ ਸੁਣਨ ਲੱਗ ਜਾਂਦੇ। ਇਸ ਕਰਕੇ ਫਿਰ ਜਿਉਂ-ਜਿਉਂ ਆਪਾਂ ਸਿਮਰਨ ਕਰਾਂਗੇ ਸਾਨੂੰ ਸੁਣਾਈ ਦੇਣਗੇ। ਸੋ ਤਾਂ ਕਰਕੇ ਫਿਰ ਜੇ ਤਾਂ ਹੁਣ ਆਪਾਂ ਸਿਮਰਨ ਕਰ ਰਹੇ ਹਾਂ ਵੱਧ ਤੋਂ ਵੱਧ, ਫਿਰ ਤਾਂ ਬਹੁਤਾ ਸਮਾਂ ਨਹੀਂ ਲੱਗਦਾ, ਸਾਨੂੰ ਉਹ ਸੁਣਨ ਲੱਗ ਜਾਂਦੇ ਨੇ। ਤੇ ਜੇ ਸਾਨੂੰ ਹਜੇ ਨਹੀਂ ਸੁਣਾਈ ਦਿੰਦੇ ਫਿਰ ਸਾਨੂੰ ਹੋਰ ਸਿਮਰਨ ਦੀ ਲੋੜ ਹੈ। ਅਸੀਂ ਹੋਰ ਸਿਮਰਨ ਵਧਾਈਏ, ਹੋਰ ਸਤਸੰਗਤ ਕਰੀਏ ਵੱਧ ਤੋਂ ਵੱਧ, ਤਾਂ ਕਿ ਸਾਡੇ ਅੰਦਰ ਉਹ ਜਿਹੜੇ ਸ਼ਬਦ ਨਾਮ ਗੁਪਤ ਹੈ ਉਹ ਪ੍ਰਗਟ ਹੋਵੇ ਤੇ ਉਹ ਸਾਨੂੰ ਸੁਣਾਈ ਦੇਵੇ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਉਹ ਨਾਮ ਜੋ ਅੰਮ੍ਰਿਤ ਨਾਮ ਹੈ ਉਹ ਸਾਡੀ ਦੇਹੀ ਦੇ ਵਿੱਚ, ਦੇਹੀ ਮੇਂ ਇਸਕਾ ਵਿਸ਼ਰਾਮ, ਵੀ ਬਾਹਰ ਨਹੀਂ, ਸਾਡੀ ਦੇਹ ਦੇ ਅੰਦਰ। ਤੇ ਉਹਨੂੰ ਪ੍ਰਗਟ ਕਰਨ ਵਾਸਤੇ ਫਿਰ ਇਹ ਆਪਾਂ ਅਭਿਆਸ ਕਰਨਾ। ਅੱਗੇ ਮਾਰੇ ਕਹਿੰਦੇ ਸੁਨ ਸਮਾਦ ਅਨਹਤ ਨਾਦ, ਕਹਿਣ ਨਾ ਜਾਈ ਅਚਰਜ ਵਿਸਮਾਦ। ਹੁਣ ਜਦੋਂ ਆਪਾਂ ਇਹ ਸਿਮਰਨ ਕਰਦੇ, ਸਿਮਰਨ ਕਰਦੇ ਕਰਦੇ ਸਭ ਤੋਂ ਪਹਿਲੀ ਸਟੇਜ ਆਪਾਂ ਸੌਂ ਜਾਣਾ, ਸਾਨੂੰ ਨੀਂਦ ਆ ਜੀ। ਸਿਮਰਨ ਕਰਦੇ ਕਰਦੇ ਆਪਾਂ ਨੂੰ ਨੀਂਦ ਆ ਜੀ, ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਨੀਂਦ ਕਹਿੰਦੇ ਹਾਂ, ਗੁਰਬਾਣੀ 'ਚ ਉਹਨੂੰ ਕਹਿੰਦੇ ਸੁੰਨ। ਜਦੋਂ ਆਪਾਂ ਸਿਮਰਨ ਕਰਦੇ ਕਰਦੇ ਸੁੰਨ 'ਚ ਚਲੇ ਗਏ, ਇੰਨਾ ਗਹਿਰਾਈ 'ਚ ਚਲੇ ਗਏ ਸੁੰਨ 'ਚ ਵੀ ਜਿੱਥੇ ਕੋਈ ਵਿਚਾਰ ਨਹੀਂ, ਕੋਈ ਫੁਰਨਾ ਨਹੀਂ ਆਉਂਦਾ, ਵੀ ਸਾਡਾ ਇੱਧਰੋਂ ਸੰਬੰਧ ਬਿਲਕੁਲ ਟੁੱਟ ਗਏ ਸੰਸਾਰ ਨਾਲ, ਉਦੋਂ ਸਾਨੂੰ ਕਹਿੰਦੇ ਵੀ ਸੁੰਨ ਸਮਾਧੀ 'ਚ ਚਲੇ ਗਏ। ਤੇ ਉੱਥੋਂ ਫਿਰ ਸੁੰਨ ਦੇ ਵਿੱਚੋਂ ਉਹ ਸ਼ਬਦ ਪ੍ਰਗਟ ਹੁੰਦੇ ਨੇ। ਸੁੰਨ ਦੇ ਵਿੱਚ ਉਹ ਅਨਹਦ ਸ਼ਬਦ, ਉਹ ਨਾਦ ਪ੍ਰਗਟ ਹੁੰਦਾ ਹੈ। ਜਦੋਂ ਹੁਣ ਆਪਾਂ ਨੂੰ ਸਿਮਰਨ ਕਰਦੇ ਕਰਦੇ ਨੀਂਦ ਆ ਗਈ, ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਨੀਂਦ ਕਹਿੰਦੇ, ਫਿਰ ਆਪਾਂ ਪੁੱਛਦੇ ਸਤਿਗੁਰਾਂ ਤੋਂ ਵੀ ਤੁਸੀਂ ਸਾਨੂੰ ਕਹਿ ਰਹੇ ਸੀ ਸਿਮਰਨ ਕਰੋ, ਅਸੀਂ ਸਿਮਰਨ ਕਰਨ ਲੱਗੇ ਤੇ ਸਿਮਰਨ ਕਰਦੇ ਕਰਦੇ ਸਾਨੂੰ ਨੀਂਦ ਆ ਗਈ, ਸਾਨੂੰ ਪਤਾ ਹੀ ਨਹੀਂ ਲੱਗਿਆ ਕਿੰਨਾ ਸਮਾਂ ਲੰਘ ਗਿਆ, ਕਿੰਨਾ ਸਮਾਂ ਅਸੀਂ ਬੈਠੇ ਰਹੇ, ਵੀ ਅਸੀਂ ਕਿੱਥੇ ਚਲੇ ਗਏ ਸੀ, ਸਾਨੂੰ ਪਤਾ ਨਹੀਂ, ਸਾਨੂੰ ਦੱਸੋ। ਇਹ ਆਪਾਂ ਨੂੰ ਸਤਿਗੁਰੂ ਦੱਸਦੇ ਵੀ ਜਿਹਨੂੰ ਤੁਸੀਂ ਨੀਂਦ ਕਹਿੰਦੇ ਹੋ ਉਹ ਸੁੰਨ ਤੁਹਾਡਾ ਅਸਲ ਘਰ ਹੈ। ਪਹਿਲਾਂ ਤੁਸੀਂ ਇਹ ਬਗਾਨੇ ਘਰ ਵੱਸਦੇ ਸੀ, ਇਹ ਸਰੀਰ ਨੂੰ ਬਗਾਨਾ ਘਰ ਕਹਿੰਦੇ, ਇਸ ਨੂੰ ਲੋਕ ਕਹਿੰਦੇ ਨੇ। ਆਪਾਂ ਸਿਮਰਨ ਕਰਕੇ ਬਗਾਨੇ ਘਰ ਨੂੰ ਛੱਡ ਦਿੱਤਾ ਤੇ ਅਸੀਂ ਸੁੰਨ ਸਮਾਧੀ 'ਚ ਆਪਦੇ ਅਸਲ ਘਰ ਚਲੇ ਗਏ। ਮਾਰੇ ਕਹਿੰਦੇ ਸਤਿਗੁਰ ਤੇ ਪਾਈ ਵਿਚਾਰਾ, ਸੁੰਨ ਸਮਾਧ ਸੱਚੇ ਘਰ ਵਾਰਾ। ਜਦੋਂ ਹੁਣ ਆਪਾਂ ਵਾਰ-ਵਾਰ ਇਹ ਸਿਮਰਨ ਕਰਕੇ ਸੁੰਨ 'ਚ ਜਾਵਾਂਗੇ, ਪਹਿਲੀ ਸਟੇਜ ਹੀ ਇਹ ਆਪਾਂ ਇਹ ਕਵਰ ਕਰਨੀ ਹੁੰਦੀ ਵੀ ਅਸੀਂ ਵਾਰ-ਵਾਰ ਸਿਮਰਨ ਕਰਦੇ ਕਰਦੇ ਸੁੰਨ 'ਚ ਜਾਵਾਂ। ਜਿਨ੍ਹਾਂ ਨੂੰ ਸ਼ਬਦ ਹਜੇ ਨਹੀਂ ਸੁਣਦੇ ਤੁਹਾਡੇ ਵਿੱਚੋਂ, ਤੁਸੀਂ ਹੁਣ ਵਾਰ-ਵਾਰ ਇਹ ਕਰਨਾ, ਸਿਮਰਨ ਕਰਦੇ ਕਰਦੇ ਤੁਹਾਨੂੰ ਨੀਂਦ ਆ ਜਾਏ, ਸੌਂ ਜਾਓ। ਫਿਰ ਜਦੋਂ ਅੱਖ ਖੋਲ੍ਹਦੀ ਫਿਰ ਸਿਮਰਨ ਕਰੋ, ਫਿਰ ਸੌਂਵੋ, ਫਿਰ ਅੱਖ ਖੋਲ੍ਹਦੀ ਫਿਰ ਸਿਮਰਨ ਕਰੋ, ਫਿਰ ਸੌਂਵੋ।
ਜਦੋਂ ਆਪਾਂ ਵਾਰ-ਵਾਰ ਇਸ ਤਰ੍ਹਾਂ ਸੌਵਾਂਗੇ, ਸੁੰਨ 'ਚ ਜਾਵਾਂਗੇ, ਉੱਥੇ ਜਾ ਕੇ ਜਦੋਂ ਸਾਡਾ ਮਨ ਸਮਾ ਵੀ ਜਾਂਦਾ ਹੈ, ਫਿਰ ਸਾਨੂੰ ਮਾਲਕ ਦੇਖਦੇ ਵੀ ਬੱਚਾ ਘਰ ਆ ਗਿਆ ਤੇ ਘਰੇ ਆ ਕੇ ਸੁੰਨ 'ਚ ਸਮਾ ਗਿਆ। ਫਿਰ ਉੱਥੋਂ ਸਾਡੇ ਮਨ ਨੂੰ ਆਵਾਜ਼ ਦੇ ਕੇ ਠਾਉਂਦੇ। ਉਹ ਜਿਹੜੀ ਆਵਾਜ਼ ਸਾਨੂੰ ਦਿੰਦੇ ਉਹਨੂੰ ਕਹਿੰਦੇ ਅਨਹਦ ਸ਼ਬਦ। ਫਿਰ ਉਸ ਸ਼ਬਦ ਨੂੰ ਸੁਣ ਕੇ ਸਾਡਾ ਮਨ ਜਾਗ ਪੈਂਦਾ। ਇਹ ਸਰੀਰ ਕਰਕੇ ਆਪਾਂ ਸੁੱਤੇ ਹੋਵਾਂਗੇ, ਦੇਖਣ ਵਾਲੇ ਨੂੰ, ਆਪਣੇ ਪਰਿਵਾਰ ਦੇ ਮੈਂਬਰ ਨੂੰ ਲੱਗੇਗਾ ਵੀ ਇਹ ਸੁੱਤੇ ਪਏ ਨੇ, ਸਰੀਰ ਦੇ ਘਰਾੜੇ ਵੱਜੀ ਜਾਣਗੇ, ਸੁੱਤੇ ਪਏ ਆ, ਪਰ ਜਿਹੜਾ ਮਨ ਹੈ ਉਹ ਸਾਡਾ ਮਨ ਜਾਗ ਪੈਂਦਾ ਸਰੀਰ ਤੋਂ ਅਲੱਗ ਹੋ ਕੇ। ਇਸ ਨੂੰ ਫਿਰ ਮਹਾਰਾਜ ਕਹਿੰਦੇ ਧੁਨ ਉਪਜੇ ਸ਼ਬਦ ਜਗਾਇਆ। ਬਈ ਉਹ ਧੁਨ ਪ੍ਰਗਟ ਹੋ ਗਈ, ਸ਼ਬਦ ਪ੍ਰਗਟ ਹੋ ਗਿਆ ਤੇ ਮਨ ਜਾਗ ਪਿਆ। ਫਿਰ ਉਹ ਜਦੋਂ ਅਸੀਂ ਸ਼ਬਦ ਨੂੰ ਸੁਣਦੇ ਹਾਂ, ਉੱਥੋਂ ਸਾਡੀ ਭਗਤੀ ਸ਼ੁਰੂ ਹੁੰਦੀ। ਉਹਨੂੰ ਕਹਿੰਦੇ ਵੀ ਹੁਣ ਇਹਨਾਂ ਨੂੰ ਭਗਤੀ ਬਣ ਆਈ, ਹੁਣ ਇਹ ਭਗਤੀ ਕਰਨਗੇ। ਇਹ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਹੁਣ ਜਾਂ ਗੁਰਬਾਣੀ ਪੜ੍ਹਦੇ ਹਾਂ, ਇਹ ਭਗਤੀ ਨਹੀਂ ਹੈ। ਭਗਤੀ ਸਾਡੀ ਸ਼ੁਰੂ ਹੁੰਦੀ ਉੱਥੋਂ ਸੁਣਨ ਦੇ ਵਿੱਚੋਂ, ਸਮਾਧੀ ਦੇ ਵਿੱਚੋਂ। ਜਦੋਂ ਸ਼ਬਦ ਪ੍ਰਗਟ ਹੁੰਦੇ, ਨਾਮ, ਉਹਨੂੰ ਅਸੀਂ ਸੁਣਨਾ, ਉੱਥੋਂ ਸਾਡੀ ਭਗਤੀ ਹੈ ਸ਼ੁਰੂ ਹੋਣੀ। ਜਿਸ ਨੂੰ ਗੁਰਬਾਣੀ 'ਚ ਮਹਾਰਾਜ ਫਰਮਾਉਂਦੇ, ਗੁਰਮੁਖ ਭਗਤ ਜਿਤ ਸਹਿਜ ਧੁਨ ਉਪਜੇ, ਮੈਨੂੰ ਭਗਤੀ ਮੈਲ ਨਾ ਜਾਈ। ਕਿ ਜਦੋਂ ਸਹਿਜ ਧੁਨ ਨਾਮ ਪ੍ਰਗਟ ਹੋ ਗਿਆ, ਉਦੋਂ ਕਹਿੰਦੇ ਵੀ ਹੁਣ ਇਹ ਭਗਤੀ ਕਰਦੇ ਨੇ। ਤੇ ਇਸੇ ਨੂੰ ਹੀ ਫਿਰ ਕਹਿੰਦੇ ਵੀ ਜਦੋਂ ਅਸੀਂ ਸੁੰਨ 'ਚ ਚਲੇ ਗਏ, ਸੁੰਨ ਤੋਂ ਫਿਰ ਉਹ ਅਨਹਦ ਸ਼ਬਦ ਨਾਦ ਪ੍ਰਗਟ ਹੋ ਗਿਆ। ਸੁੰਨ ਸਮਾਦ ਅਨਹਦ ਤੇ ਨਾਦ। ਜਦੋਂ ਅਸੀਂ ਉਹ ਨਾਦ ਨੂੰ ਸੁਣਦੇ ਹਾਂ, ਫਿਰ ਸਾਡਾ ਮਨ ਵਿਸਮਾਦ ਹੋ ਜਾਂਦਾ ਹੈ। ਵਿਸਮਾਦ ਹੁੰਦਾ ਹੈ ਵੀ ਅਚਰਜ, ਵੀ ਸਾਨੂੰ ਇੰਨੀ ਹੈਰਾਨਗੀ ਹੁੰਦੀ ਵੀ ਇੰਨਾ ਸੁੱਖ, ਇੰਨਾ ਆਨੰਦ ਹੈ ਇੱਥੇ ਸਾਡੇ ਘਰ ਦੇ ਵਿੱਚ। ਫਿਰ ਉਸ ਨੂੰ ਮਹਾਰਾਜ ਕਹਿੰਦੇ ਕਹਿਣ ਨਾ ਜਾਈ ਅਚਰਜ ਵਿਸਮਾਦ। ਵੀ ਉਹ ਜਿਹੜਾ ਵਿਸਮਾਦ, ਉਹ ਜਿਹੜਾ ਆਨੰਦ, ਉਹ ਆਖਿਆ ਨਹੀਂ ਜਾ ਸਕਦਾ, ਉਹ ਸਿਰਫ ਮਾਣਿਆ ਜਾ ਸਕਦਾ। ਉਹ ਜਿਨ੍ਹਾਂ ਗੁਰਮੁਖਾਂ ਨੇ ਉਹ ਆਨੰਦ ਲਿਆ, ਇਹ ਅਨੁਭਵ ਹੈ, ਇਹ ਅਨੁਭਵੀ ਗਿਆਨ ਹੈ। ਇਹ ਇਕੱਲਾ ਕਹਿਣ ਨਾਲ ਜਾਂ ਸੁਣਨ ਨਾਲ ਨਹੀਂ ਹੁੰਦਾ, ਇਹ ਸਾਡੇ ਕਰਨ ਨਾਲ ਹੁੰਦਾ। ਜਦੋਂ ਅਸੀਂ ਆਪ ਕਰਾਂਗੇ ਫਿਰ ਇਹ ਸਾਨੂੰ ਅੰਦਰੋਂ ਅਨੁਭਵ ਹੋਣੇ ਨੇ, ਉੱਦਾਂ ਨਹੀਂ ਸਾਨੂੰ ਪਤਾ ਲੱਗਣਾ। ਇਸ ਵਾਸਤੇ ਫਿਰ ਸਤਿਗੁਰੂ ਸਾਨੂੰ ਕਹਿੰਦੇ ਵੀ ਤੁਸੀਂ ਇਕੱਲਾ ਕਹਿਣ ਜਾਂ ਸੁਣਨ ਤੱਕ ਸੀਮਿਤ ਨਾ ਰਹੋ, ਤੁਸੀਂ ਆਪ ਕਰੋ। ਜਦ ਤੱਕ ਅਸੀਂ ਆਪ ਨਹੀਂ ਕਰਾਂਗੇ, ਸਾਡੇ ਅੰਦਰ ਉਹ ਸ਼ਬਦ ਪ੍ਰਗਟ ਨਹੀਂ ਹੋਣਗੇ, ਅਸੀਂ ਉਹਨਾਂ ਸਮਾਂ ਮੰਨਦੇ ਹੀ ਨਹੀਂ। ਉਹਦਾ ਬਸ ਸੁਣੀ ਜਾਵਾਂਗੇ, ਸੁਣ ਕੇ ਅਸੀਂ ਕਹਾਂਗੇ ਵੀ ਪਤਾ ਨਹੀਂ ਹੈ ਕਿ ਨਹੀਂ ਹੈ, ਜਾਂ ਉੱਦਾਂ ਹੀ ਸੁਣਾਈ ਜਾਂਦੇ, ਉੱਦਾਂ ਹੀ ਗੱਲਾਂ ਕਰੀ ਜਾਂਦੇ ਵੀ ਇਹ ਸੱਚੀ ਇੱਦਾਂ ਦਾ ਕੁਝ ਹੁੰਦਾ ਵੀ ਹੈ। ਉਹ ਸਾਡਾ ਮਨ ਫੇਰ ਮੰਨਣਾ ਜਦੋਂ ਸਾਡੇ ਅੰਦਰ ਆਪਦੇ ਹੋਏਗਾ, ਫੇਰ ਪਤਾ ਲੱਗਣਾ ਵੀ ਹਾਂ ਵਾਕਈ ਇਹ ਗੱਲਾਂ ਨਹੀਂ ਹੈ, ਵੀ ਇਹ ਹੁੰਦਾ ਹੈ। ਸੋ ਇਸ ਕਰਕੇ ਜੋ ਗੁਰਬਾਣੀ ਗੁਰੂ, ਫਿਰ ਇਹ ਸਾਰਾ ਅਨੁਭਵੀ ਗਿਆਨ ਹੈ ਭਗਤਾਂ ਦਾ, ਗੁਰੂ ਸਾਹਿਬਾਨਾਂ ਦਾ। ਉਹਨਾਂ ਨੇ ਜੋ ਅਨੁਭਵ ਕੀਤਾ ਉਹ ਉਹਨਾਂ ਨੇ ਆਪਾਂ ਨੂੰ ਲਿਖਤੀ ਰੂਪ ਵਿੱਚ ਦਿੱਤਾ ਹੈ। ਜਦ ਤੱਕ ਹੁਣ ਅਸੀਂ ਆਪ ਨਹੀਂ ਅਭਿਆਸ ਕਰਕੇ ਨਾਮ ਤੱਕ ਪਹੁੰਚਦੇ, ਉਹਨਾਂ ਸਮਾਂ ਸਾਡੇ ਅੰਦਰ ਸ਼ੰਕਾ ਵੀ ਪਤਾ ਨਹੀਂ ਹੈ ਕਿ ਜਾਂ ਨਹੀਂ ਹੈ। ਤੇ ਸਤਿਗੁਰੂ ਕਹਿੰਦੇ ਸ਼ੰਕਾ ਤੁਹਾਡਾ ਰਹਿਣਾ ਵੀ ਹੈ, ਇਹ ਨਿਵਰਤ ਹੋਣਾ ਨਹੀਂ ਜਿੰਨਾ ਸਮਾਂ ਤੁਸੀਂ ਆਪ ਨਹੀਂ ਕਰੋਗੇ। ਜਿੰਨਾ ਸਮਾਂ ਤੁਹਾਡਾ ਮਨ ਆਪ ਸਿਮਰਨ ਕਰਕੇ ਤੁਸੀਂ ਸੁੰਨ 'ਚ ਨਹੀਂ ਜਾਂਦੇ, ਸੁੰਨ ਸਮਾਧੀ 'ਚ ਨਹੀਂ ਜਾਂਦੇ, ਉੱਥੋਂ ਸੁੰਨ 'ਚੋਂ ਨਾਮ ਨਹੀਂ ਪ੍ਰਗਟ ਹੁੰਦਾ, ਨਾਦ, ਤੁਸੀਂ ਉਹਨੂੰ ਸੁਣ ਕੇ ਤੁਹਾਡੀ ਸੁਰਤੀ ਉਹਦੇ ਨਾਲ ਜੁੜਦੀ ਨਹੀਂ, ਉਹਦੇ 'ਚੋਂ ਅੰਮ੍ਰਿਤ ਨਹੀਂ ਆਉਂਦਾ, ਉਹਨਾਂ ਸਮਾਂ ਤੁਸੀਂ ਨਹੀਂ ਮੰਨਣਾ ਹੈ। ਇਸ ਲਈ ਮਹਾਰਾਜ ਕਹਿੰਦੇ ਮਾਇਆ ਭਾਸ ਬੰਧ ਨਹੀਂ ਫਾਰੇ, ਔਰ ਮਨ ਸੁਨ ਨ ਲੁਕੇ, ਆਪਾ ਪਦ ਨਿਰਵਾਣ ਨ ਚੀਨੇ, ਇਨ ਵਿਦਵਿਓ ਨ ਚੁਕੇ। ਵੀ ਜਦ ਤੱਕ ਅਸੀਂ ਆਪ ਸੁੰਨ ਸਮਾਧੀ 'ਚ ਜਾਂਦੇ ਨਹੀਂ, ਉੱਥੋਂ ਅਸੀਂ ਨਾਮ ਨੂੰ ਸੁਣਦੇ ਨਹੀਂ, ਸਾਡਾ ਭਰਮ ਨਹੀਂ ਜਾਣਾ, ਸਾਡੇ ਸ਼ੰਕੇ ਨਹੀਂ ਜਾਣੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਤੁਸੀਂ ਆਪ ਸੁਣੋ, ਤੁਸੀਂ ਆਪ ਸਿਮਰਨ ਕਰੋ। ਆ ਵਿਧੀ ਦੁਆਰਾ ਸਿਮਰਨ ਕਰਕੇ ਤੁਸੀਂ ਸੁੰਨ ਸਮਾਧੀ 'ਚ ਜਾਓ। ਸੁੰਨ ਸਮਾਧੀ 'ਚ ਜਦੋਂ ਤੁਹਾਡੇ ਅੰਦਰ ਉਹ ਸ਼ਬਦ ਪ੍ਰਗਟ ਹੋਣਗੇ, ਫਿਰ ਤੁਸੀਂ ਮੰਨੋਗੇ ਕਿ ਹਾਂ
ਵੀ ਸਾਡੇ ਅੰਦਰ ਇਹ ਅਨਹਦ ਵਾਜੇ ਵੱਜਦੇ। ਜਦ ਤੱਕ ਹੁਣ ਅਸੀਂ ਨਹੀਂ ਸੁਣਦੇ ਆਪ, ਉਹਨਾਂ ਸਮਾਂ ਅਸੀਂ ਮੰਨਦੇ ਹੀ ਨਹੀਂ ਵੀ ਪਤਾ ਨਹੀਂ ਹੈ ਕਿ ਜਾਂ ਨਹੀਂ ਹੈ, ਕਿਉਂਕਿ ਸਾਨੂੰ ਤਾਂ ਸੁਣਦੇ ਨਹੀਂ। ਆਪਾਂ ਤਾਂ ਫੇਰ ਹੀ ਮੰਨਾਂਗੇ ਨਾ ਜਦੋਂ ਸਾਨੂੰ ਆਪ ਨੂੰ ਸੁਣਨਗੇ, ਫੇਰ ਸਾਡਾ ਮਨ ਮੰਨਣਾ ਵੀ ਵਾਕਈ ਇਹ ਕੱਲੀਆਂ ਕਹਿਣ ਦੀਆਂ ਗੱਲਾਂ ਨਹੀਂ, ਇਹ ਅਨੁਭਵ ਦੀਆਂ ਗੱਲਾਂ। ਇਸ ਵਾਸਤੇ ਜਿਨ੍ਹਾਂ ਨੇ ਫਿਰ ਉਹ ਸ਼ਬਦ ਨਾਦ ਨੂੰ ਸੁਣਿਆ, ਉਹਨਾਂ ਨੂੰ ਅੰਮ੍ਰਿਤ ਆਇਆ, ਉਹਨਾਂ ਦਾ ਮਨ ਅਚਰਜ ਵਿਸਮਾਦ 'ਚ ਚਲਾ ਗਿਆ ਤੇ ਉਹ ਕਹਿਣੀ ਕਥਨੀ ਤੋਂ ਬਾਹਰ। ਜਿਵੇਂ ਮਹਾਰਾਜ ਉਦਾਹਰਨ ਦਿੰਦੇ ਵੀ ਕੋਈ ਗੂੰਗਾ ਜੀਵ ਹੈ, ਗੂੰਗੇ ਨੇ ਗੁੜ ਖਾਧਾ, ਮਠਿਆਈ ਖਾਧੀ, ਉਹਨੂੰ ਤੁਸੀਂ ਪੁੱਛੋ ਵੀ ਕਿੰਨੀ ਕੁ ਸਵਾਦ ਹੈ, ਕਿੰਨਾ ਕੁ ਮਿੱਠਾ ਹੈ, ਉਹਨੂੰ ਗੂੰਗਾ ਬੋਲ ਕੇ ਕਿਵੇਂ ਦੱਸੇ ਵੀ ਕਿੰਨਾ ਕੁ ਸਵਾਦ ਹੈ। ਉਹ ਕਹਿੰਦਾ ਵੀ ਜੇ ਇਸ਼ਾਰੇ ਨਾਲ ਵੀ ਤੂੰ ਆਪ ਹੀ ਖਾ ਕੇ ਦੇਖ ਲੈ, ਵੀ ਤੂੰ ਮੈਨੂੰ ਜੋ ਪੁੱਛਦਾ ਤੂੰ ਆਪ ਖਾ ਕੇ ਦੇਖ ਲੈ, ਤੈਨੂੰ ਆਪ ਪਤਾ ਲੱਗ ਜੂ ਵੀ ਕਿੰਨਾ ਕੁ ਸਵਾਦ ਹੈ। ਇਸ ਲਈ ਮਹਾਰਾਜ ਕਹਿੰਦੇ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋਂ ਕਿਆ ਕਹੀਏ। ਵੀ ਗੂੰਗੇ ਨੇ ਗੁੜ ਖਾਧਾ, ਉਹਨੂੰ ਪੁੱਛੀਏ ਤੇ ਉਹ ਕੀ ਆਖੀ ਵੀ ਕਿੰਨਾ ਕੁ ਮਿੱਠਾ, ਕਿੰਨਾ ਕੁ ਸਵਾਦ ਹੈ। ਕਹਿੰਦੇ ਤੁਸੀਂ ਆਪ ਹੀ ਚੱਖ ਕੇ ਦੇਖ ਲਓ, ਤੁਸੀਂ ਆਪ ਹੀ ਕਰਕੇ ਦੇਖੋ। ਜਦੋਂ ਤੁਸੀਂ ਆਪ ਦੇਖੋਗੇ ਤੇ ਫਿਰ ਤੁਹਾਨੂੰ ਪਤਾ ਲੱਗਣਾ ਵੀ ਕਿੰਨਾ ਕੁ ਆਨੰਦ, ਕਿੰਨਾ ਕੁ ਸੁੱਖ ਹੈ। ਅੱਗੇ ਮਹਾਰਾਜ ਕਹਿੰਦੇ ਤੈਨ ਦੇਖਿਆ ਜਿਸ ਆਪ ਦਿਖਾਈ, ਨਾਨਕ ਤਿਸ ਜਨ ਸੋਝੀ ਪਾਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੇ ਫਿਰ ਮਾਲਕ ਨੂੰ ਦੇਖਿਆ, ਜਿਨ੍ਹਾਂ ਨੇ ਮਾਲਕ ਦੇ ਦਰਸ਼ਨ ਕੀਤੇ, ਮਾਲਕ ਦੇ ਸਨਮੁਖ ਹੋਏ, ਵੀ ਉਹ ਫਿਰ ਮਾਲਕ ਨੇ ਆਪ ਹੀ ਕਿਰਪਾ ਕੀਤੀ। ਤੈਨੂੰ ਦੇਖਿਆ ਜਿਸ ਆਪ ਦਿਖਾਈ, ਵੀ ਜਿਨ੍ਹਾਂ ਤੇ ਮਾਲਕ ਨੇ ਆਪ ਕਿਰਪਾ ਕੀਤੀ, ਉਹਨਾਂ ਨੂੰ ਆਪਦੇ ਦਰਸ਼ਨ ਦੇ ਦਿੱਤੇ, ਉਹਨਾਂ ਨੂੰ ਆਪਦੇ ਸਨਮੁਖ ਕਰ ਲਿਆ। ਤੇ ਕੀ ਜਾ ਕੇ ਮੈਂ ਗੁਰੂ ਦੇ ਸ਼ਰਨ 'ਚ ਜਾ ਕੇ, ਗੁਰੂ ਨੇ ਭਰਮ ਦਾ ਪਰਦਾ ਪਾਸੇ ਕਰਕੇ ਮਾਲਕ ਦੇ ਆਪਾਂ ਨੂੰ ਸਨਮੁਖ ਕਰ ਦਿੱਤਾ। ਤੇ ਜਦੋਂ ਆਪਾਂ ਮਾਲਕ ਦੇ ਸਨਮੁਖ ਹੋ ਗਏ, ਮਾਲਕ ਦੇ ਦਰਸ਼ਨ ਵੀ ਕਰ ਲਏ, ਮਾਲਕ ਦੀ ਜੋ ਆਵਾਜ਼ ਸੀ, ਨਾਮ, ਉਹਨੂੰ ਵੀ ਸੁਣ ਲਿਆ, ਜੋ ਅੰਮ੍ਰਿਤ ਰਸ ਸੀ ਉਹ ਵੀ ਚੱਖ ਲਿਆ, ਫਿਰ ਉਸ ਵਾਸਤੇ ਸਾਨੂੰ ਦਰਗਾਹ ਦੇ ਵਿੱਚ ਥਾਂ। ਅਸੀਂ ਜਿਉਂਦੇ ਵੀ ਪ੍ਰਵਾਨ ਤੇ ਅਸੀਂ ਮਰਨ ਤੋਂ ਬਾਅਦ ਵੀ ਪ੍ਰਵਾਨ। ਫਿਰ ਇਸ ਵਾਸਤੇ 'ਚ ਕਹਿੰਦੇ ਵੀ ਉਹਨਾਂ ਨੂੰ ਸੋਝੀ ਆ ਗਈ, ਨਾਨਕ ਤਿਸ ਜਨ ਸੋਝੀ ਪਾਈ, ਵੀ ਉਹਨਾਂ ਨੂੰ ਸੋਝੀ ਹੈ ਦਰਗਾਹ ਦੀ, ਆਪਦੇ ਘਰ ਦੀ। ਉਹਨਾਂ ਨੂੰ ਸੋਝੀ ਹੈ ਵੀ ਅਸੀਂ ਮਰਨ ਤੋਂ ਬਾਅਦ ਜਾਣਾ ਕਿੱਥੇ ਹੈ, ਉਹ ਸਾਰਾ ਉਹਨਾਂ ਨੂੰ ਭੇਦ ਆ ਗਿਆ। ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਅਵਸਥਾ ਆਪਣੀ ਹੋਣੀ ਚਾਹੀਦੀ। ਜੇ ਆਪਾਂ ਚਾਹੁੰਦੇ ਹਾਂ ਵੀ ਅਸੀਂ ਦਰਗਾਹ 'ਚ ਥਾਂ ਮਿਲੇ ਸਾਨੂੰ, ਅਸੀਂ ਦੁਬਾਰਾ ਵਾਪਸ ਨਾ ਆਈਏ, ਫਿਰ ਇਹ ਸਾਡੀ ਅਵਸਥਾ ਹੋਣੀ ਚਾਹੀਦੀ। ਅੰਤਰ ਗੁਰ ਆਰਾਧਨ, ਜੇਬਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਬਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਠਾਉ। ਵੀ ਅਸੀਂ ਅੰਦਰ ਗੁਰੂ ਦੀ ਆਰਾਧਨਾ ਕਰੀਏ, ਸ਼ਬਦ ਨੂੰ ਸੁਣੀਏ, ਨੇਤਰਾਂ ਦੁਆਰਾ ਸਤਿਗੁਰ ਨੂੰ ਦੇਖੀਏ, ਕੰਨਾਂ ਦੁਆਰਾ ਮਾਲਕ ਦੇ ਵਚਨ ਸੁਣੀਏ, ਤੇ ਸਾਨੂੰ ਦਰਗਾਹ 'ਚ ਥਾਂ ਜਿਉਂਦੇ ਜੀ। ਕਿਸੇ ਦੀ ਸਿਫਾਰਿਸ਼ ਦੀ ਥੋੜ੍ਹੀ ਲੋੜ ਹੈ। ਵੀ ਇਹ ਥੋੜ੍ਹੀ ਵੀ ਸੰਸਾਰ 'ਚ ਜਿਵੇਂ ਜੀਵ ਕੋਈ ਦੇਹ ਛੱਡਦਾ ਤੇ ਅਸੀਂ ਉਦੋਂ ਕਿੰਨੇ ਦਿਨਾਂ ਬਾਅਦ ਉਹਦੀਆਂ ਅਰਦਾਸਾਂ ਕਰਦੇ ਮੈਨੂੰ ਦਰਗਾਹ 'ਚ ਥਾਂ ਦਿਓ। ਇੰਨਾ ਸਮਾਂ ਥੋੜ੍ਹੀ ਕਿਸੇ ਨੂੰ ਬਿਠਾ ਕੇ ਰੱਖਦੇ ਉੱਥੇ। ਇਹ ਤਾਂ ਨਾਲ ਦੀ ਨਾਲ ਹੀ ਫੈਸਲਾ ਹੈ, ਉਦੋਂ ਹੀ ਜਦੋਂ ਦੇਹ ਛੱਡੀ ਇੱਧਰ ਤੇ ਨਾਲ ਹੀ ਜੰਮ ਫੜ ਲੈਂਦੇ, ਕਿਸੇ ਨੂੰ ਮੌਕਾ ਥੋੜ੍ਹੀ ਦਿੰਦੇ ਉਹ ਛੱਡਣ ਦਾ। ਜ਼ਿਆਦਾ ਅਸੀਂ ਪਹਿਲਾਂ ਦਰਗਾਹ 'ਚ ਭੇਜਦਾ, ਸਾਨੂੰ ਜਦੋਂ ਦੇਹ ਛੱਡਾਂਗੇ ਸਿੱਧਾ ਹੀ ਅਸੀਂ ਦਰਗਾਹ 'ਚ ਚਲੇ ਗਏ, ਮਾਲਕ ਨੂੰ ਮਿਲ ਗਏ, ਸਾਡੀ ਜੋਤ 'ਚ ਜੋਤ ਸਮਾ ਗਈ। ਤੇ ਜੇ ਨਹੀਂ ਮਿਲੇ, ਇੱਧਰ ਮਿਹਨਤ ਨਹੀਂ ਕੀਤੀ, ਸੰਗਤ ਨਹੀਂ ਕੀਤੀ, ਸਾਨੂੰ ਗਿਆਨ ਨਹੀਂ, ਅਗਿਆਨੀ ਬਣੇ ਰਹੇ, ਤੇ ਉਦੋਂ ਹੀ ਜਦੋਂ ਸਮਾਂ ਖਤਮ ਹੁੰਦਾ ਉਦੋਂ ਹੀ ਜੰਮ ਕੱਢ ਲੈਂਦੇ ਸਰੀਰ 'ਚ, ਜਦੋਂ ਹੀ ਫੜ ਲੈਂਦੇ ਤੇ ਉਦੋਂ ਹੀ ਕੁੱਟਣਾ ਸ਼ੁਰੂ ਕਰ ਦਿੰਦੇ। ਤੇ ਕੁੱਟਦੇ ਹੋਏ ਲਿਜਾ ਕੇ ਉਹਨਾਂ ਸਮਾਂ ਨਹੀਂ ਛੱਡਦੇ ਜਿੰਨਾ ਸਮਾਂ ਦੂਸਰੀ ਜੂਨ 'ਚ ਨਹੀਂ ਪਾ ਦਿੰਦੇ। ਸੋ ਇਸ ਵਾਸਤੇ ਫਿਰ ਇਹ ਕਿਸੇ ਦੀ ਸਿਫਾਰਿਸ਼ 'ਤੇ ਨਹੀਂ ਸਾਨੂੰ ਦਰਗਾਹ 'ਚ ਥਾਂ ਮਿਲਦੀ, ਉਹਦੇ ਵਾਸਤੇ ਸਾਨੂੰ ਆਪ ਭਗਤੀ ਕਰਨੀ ਪੈਂਦੀ, ਆਪ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਆਪਣਾ ਆਪਾ ਵਾਰਨਾ ਪੈਂਦਾ ਹੈ। ਸੋ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਗੁਰਮੁਖਾਂ 'ਤੇ ਮਾਲਕ ਨੇ ਕਿਰਪਾ ਕੀਤੀ,
ਉਹਨਾਂ ਨੂੰ ਫਿਰ ਆਪਦੇ ਨਾਲ ਮਿਲਾ ਲਿਆ ਤੇ ਉਹਨਾਂ ਨੂੰ ਸਾਰੀ ਸੋਝੀ ਹੋ ਗਈ। ਫਿਰ ਅੱਗੇ ਮਹਾਰਾਜ ਕਹਿੰਦੇ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ ਭਗਵੰਤ। ਫਿਰ ਜਦੋਂ ਸਾਨੂੰ ਭੇਦ ਆ ਗਿਆ ਵੀ ਉਹ ਸਾਡੇ ਅੰਦਰ ਵੀ ਹੈ ਤੇ ਬਾਹਰ ਵੀ ਜਦੋਂ ਨੇਤਰ ਬੰਦ ਕਰਦੇ ਹਾਂ ਅੰਦਰ ਵੀ ਦਿਸਦਾ ਤੇ ਜਦੋਂ ਨੇਤਰ ਖੋਲ੍ਹਦੇ ਹਾਂ ਬਾਹਰ ਵੀ ਦਿੰਦਾ। ਉਦੋਂ ਫਿਰ ਪਤਾ ਲੱਗਦਾ ਵੀ ਘਟ ਘਟ ਦੇ ਵਿੱਚ ਉਹੀ ਘਟ ਘਟ ਵਿਆਪ ਰਿਹਾ ਭਗਵੰਤ, ਵੀ ਉਹ ਭਗਵਾਨ ਵਾਹਿਗੁਰੂ ਹੀ ਸਾਰੇ ਘਟਾਂ ਦੇ ਵਿੱਚ ਅੰਦਰ ਵੀ ਸਭ ਦੇ ਤੇ ਬਾਹਰ ਵੀ ਉਹੀ ਹੈ। ਫਿਰ ਉਸ ਨੂੰ ਦੇਖ ਦੇਖ ਕੇ ਗੁਰਮੁਖ ਮਾਲਕ ਦੀ ਸੇਵਾ ਕਰਦੇ। ਜਿਸੇ ਵੀ ਆਪਾਂ ਜਾਂਦੇ ਹਾਂ ਉੱਥੇ ਉਹਦੀ ਸੇਵਾ ਕਰ ਸਕਦੇ। ਜਹਾਂ ਜਹਾਂ ਜਾਊਂ ਤਹਾਂ ਤੇਰੀ ਸੇਵਾ ਤੁਮ ਸਾਵਰ ਨਾਹੀ ਕੋ ਦੇਵਾ, ਵੀ ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ ਦੂਜਾ, ਵੀ ਤੂੰ ਹਰ ਥਾਂ ਤੇ ਜਿੱਥੇ ਵੀ ਅਸੀਂ ਬੈਠੇ ਹਾਂ ਬੈਠੇ ਸੇਵਾ ਕਰਦੇ ਹਾਂ, ਚੱਲਦੇ ਹਾਂ ਚੱਲਦੇ ਸੇਵਾ ਕਰਦੇ ਹਾਂ, ਕੰਮ ਕਰਦੇ ਹਾਂ ਕੰਮ ਕਰਦੇ ਸੇਵਾ ਕਰੀ ਜਾਂਦੇ ਹਾਂ। ਸੰਸਾਰ 'ਚ ਐਸਾ ਕੋਈ ਕੰਮ ਹੈ ਹੀ ਨਹੀਂ ਵੀ ਜਿਹੜਾ ਕਰਦੇ ਹੋਏ ਅਸੀਂ ਮਾਲਕ ਦੀ ਸੇਵਾ ਨਾ ਕਰ ਸਕੀਏ। ਪਰ ਸਾਨੂੰ ਜੁਗਤੀ ਦੀ ਲੋੜ ਹੈ, ਤਰੀਕਾ। ਜਦੋਂ ਸਾਨੂੰ ਜੁਗਤੀ ਆ ਗਈ ਤਰੀਕਾ ਆ ਗਿਆ ਫਿਰ ਗੁਰਮੁਖ ਵਿੱਚੇ ਰਹਿੰਦੇ ਹੀ ਸੰਸਾਰ ਦੇ ਮੁਕਤ ਰਹਿੰਦੇ। ਹੋਰ ਇਹ ਨਹੀਂ ਵੀ ਕੋਈ ਗੁਰਮੁਖ ਸੰਸਾਰ 'ਚੋਂ ਵੱਖਰੇ ਹੁੰਦੇ ਵੀ ਉਹਨਾਂ ਨੇ ਸਾਤੋਂ ਅਲੱਗ ਦਿਸਣਾ ਕੋਈ, ਉਹ ਸਾਡੇ ਵਰਗੇ ਹੀ ਹੁੰਦੇ ਨੇ। ਆਪਾਂ ਤੋਂ ਵੀ ਸਾਦੇ ਹੁੰਦੇ, ਉਹਨਾਂ ਦਾ ਜੀਵਨ ਹੀ ਸਾਦਾ ਹੁੰਦਾ, ਕਿਉਂਕਿ ਉਹਨਾਂ ਨੇ ਕਿਹੜਾ ਕੋਈ ਲੋਕ ਦਿਖਾਵਾ ਕਰਨਾ, ਉਹਨਾਂ ਨੇ ਕਿਹੜਾ ਕੋਈ ਹਉਮੈ ਹੰਕਾਰ ਦੇ ਵਿੱਚ ਕਿਸੇ ਨੂੰ ਵੀ ਉਹਨਾਂ ਨੇ ਦਿਖਾਉਣਾ ਕੁਛ। ਸੋ ਇਸ ਵਾਸਤੇ ਵੀ ਉਹ ਸੰਸਾਰ 'ਚ ਰਹਿੰਦੇ ਕੰਮਕਾਰ ਕਰਦੇ, ਪਰਿਵਾਰ 'ਚ ਰਹਿੰਦੇ, ਖਾਂਦੇ ਪਹਿਨਦੇ ਹੱਸਦੇ ਖੇਡਦੇ, ਉਹ ਵਿੱਚ ਹੀ ਮੁਕਤ ਨੇ। ਮਹਾਰਾਜ ਕਹਿੰਦੇ ਨਾਨਕ ਸਤਿਗੁਰ ਭੇਟਿਆਂ ਪੂਰੀ ਹੋਵੇ ਜੁਗਤ, ਹਸਾਉਂਦਿਆਂ ਖਿਲਾਉਂਦਿਆਂ ਪਹਿਨਾਉਂਦਿਆਂ ਖਵਾਉਂਦਿਆਂ ਵਿੱਚੇ ਹੋਵੇ ਮੁਕਤ। ਉਹ ਗੁਰਮੁਖਾਂ ਦਾ ਸਾਰਾ ਹੀ ਪ੍ਰਵਾਨ ਹੈ, ਖਾਣਾ ਪਹਿਨਣਾ ਹੱਸਣਾ ਸਾਰਾ ਉਹਨਾਂ ਦਾ ਸਭ ਪ੍ਰਵਾਨ ਹੈ, ਕਿਉਂਕਿ ਉਹਨਾਂ ਨੂੰ ਜੁਗਤੀ ਆ ਗਈ। ਜੇ ਉਹ ਹੱਸਦੇ ਉਹ ਮਾਲਕ ਨੂੰ ਦੇਖ ਕੇ ਉਹ ਵੀ ਭਗਤੀ ਹੈ, ਜੇ ਉਹ ਵਿਰਾਗ ਕਰਦੇ ਉਹ ਵੀ ਮਾਲਕ ਨੂੰ ਦੇਖ ਕੇ ਉਹਨਾਂ ਦਾ ਉਹ ਵੀ ਭਗਤੀ ਹੈ। ਇਸ ਲਈ ਮਹਾਰਾਜ ਕਹਿੰਦੇ ਗੁਰਮੁਖ ਹੱਸੇ ਗੁਰਮੁਖ ਰੋਵੇ, ਗੁਰਮੁਖ ਜੋ ਕਰੇ ਸਾਈ ਭਗਤ ਹੋਵੇ। ਗੁਰਮੁਖ ਜੋ ਵੀ ਕਰਦਾ ਉਹੀ ਉਹ ਭਗਤੀ ਬਣ ਜਾਂਦੀ, ਕਿਉਂਕਿ ਉਹ ਮਾਲਕ ਦੇ ਸਨਮੁਖ। ਜੇ ਉਹ ਹੱਸ ਰਿਹਾ ਉਹ ਮਾਲਕ ਨੂੰ ਦੇਖ ਕੇ ਹੱਸ ਰਿਹਾ, ਉਹਨੂੰ ਦੇਖ ਕੇ ਖੁਸ਼ ਹੋ ਰਿਹਾ, ਤੇ ਜੇ ਉਹ ਵਿਰਾਗ ਕਰ ਰਿਹਾ ਉਹ ਮਾਲਕ ਨੂੰ ਦੇਖ ਕੇ ਵਿਰਾਗ ਕਰ ਰਿਹਾ। ਉਹਦਾ ਵਿਰਾਗ ਕਰਨਾ ਵੀ ਪ੍ਰਵਾਨ, ਉਹਦਾ ਹੱਸਣਾ ਵੀ ਪ੍ਰਵਾਨ, ਉਹਦਾ ਸਭ ਕੁਝ ਹੀ ਪ੍ਰਵਾਨ ਹੈ। ਜੋ ਵੀ ਉਹ ਸੰਸਾਰ 'ਚ ਖਾਂਦਾ ਪਹਿਨਦਾ ਉਹਦਾ ਸਭ ਪ੍ਰਵਾਨ ਹੈ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਉਹ ਘਟ ਘਟ ਦੇ ਵਿੱਚ ਮਾਲਕ, ਤੇ ਜਿਹਨੇ ਉਹਨੂੰ ਦੇਖ ਲਿਆ ਉਹ ਵੀ ਪ੍ਰਵਾਨ ਹੋ ਗਿਆ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰਬ ਲੋਕ ਪੂਰਨ ਪ੍ਰਤਪਾਲ, ਵੀ ਮਾਲਕ ਹੈ ਜੋ ਧਰਤੀ ਪਤਾਲ ਹਰ ਥਾਂ ਤੇ ਮੌਜੂਦ ਹੈ। ਧਰਤ ਮਾਹੀ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ, ਵੀ ਮਾਲਕ ਧਰਤੀ ਆਕਾਸ਼ ਪਤਾਲ ਐਸੀ ਕੋਈ ਥਾਂ ਨਹੀਂ ਵੀ ਜਿੱਥੇ ਧਰਤੀ ਤੇ ਅਸਮਾਨ ਦੇ ਸੈਂਟਰ ਵਿੱਚ ਵੀ ਜਿੱਥੇ ਉਹ ਨਾ ਹੋਵੇ, ਹਰ ਥਾਂ ਤੇ। ਤੇ ਜੋ ਵੀ ਮਾਲਕ ਨੇ ਜੀਵ ਪੈਦਾ ਕੀਤੇ ਸਭ ਦੀ ਬਿਰਤ ਪਾਲਣਾ ਕਰ ਰਹੇ, ਸਭ ਨੂੰ ਪਾਲ ਰਹੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਨ ਤੈਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਬਈ ਮਾਲਕ ਬਨ ਜੰਗਲਾਂ ਦੇ ਵਿੱਚ ਪਰਬਤਾਂ ਦੇ ਵਿੱਚ ਹਰ ਥਾਂ ਤੇ ਉਹੀ ਹੈ, ਵੀ ਐਸੀ ਕੋਈ ਥਾਂ ਹੀ ਨਹੀਂ ਵੀ ਜਿੱਥੇ ਨਾ ਹੋਵੇ। ਜੋ ਵੀ ਇਹ ਆਪਾਂ ਨੂੰ ਪਰਬਤ ਦਿਖਾਈ ਦਿੰਦੇ ਪਹਾੜ, ਇਹ ਵੀ ਇੱਕ ਜੂਨਾ ਨੇ, ਇਹ ਵੀ ਵਾਧੇ ਨੇ, ਇਹਨਾਂ ਦੇ ਵਿੱਚ ਵੀ ਜੋਤ ਹੁੰਦੀ ਮਾਲਕ ਦੀ। ਸੋ ਜਿੰਨੀ ਬਨਸਪਤੀ ਜੋ ਵੀ ਇਹ ਘਾਹ ਫੂਸ ਦਰਖਤ ਫਸਲ ਬਾੜੀ ਇਹ ਵੀ ਇੱਕ ਜੂਨਾ ਨੇ, ਇਹਨਾਂ ਦੇ ਵਿੱਚ ਵੀ ਸਭ ਮਾਲਕ ਦੀ ਜੋਤ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਵੀ ਇਹ ਚੌਂ ਖਾਣੀਆਂ ਦੇ ਵਿੱਚ ਜਿੰਨੇ ਵੀ ਜੀਵ ਪੈਦਾ ਕੀਤੇ ਅੰਡਜ ਜੇਰ ਸੀਤ ਜੁਤ ਭੁਜ ਸਭ ਤੇਰੇ ਕੀਤੇ ਜੰਤ, ਇੱਕ ਪੁਰਮ ਮੈਂ ਤੇਰਾ ਦੇਖਿਆ ਤੂੰ ਸਭਨਾ ਮਾਹਿ ਰਵੰਤ। ਵੀ ਅਸੀਂ ਤੈਨੂੰ ਐਸਾ ਦੇਖਿਆ ਵੀ ਤੂੰ ਸਾਰਿਆਂ ਦੇ ਵਿੱਚ ਹੀ ਰਮਿਆ ਹੋਇਆ,
ਵੀ ਚੌਂ ਖਾਣੀਆਂ 'ਚ ਤੂੰ ਜੀ ਪੈਦਾ ਕੀਤੇ ਤੇ ਸਭ ਦੇ ਵਿੱਚ ਤੂੰ ਹੀ ਹੈ, ਤੇ ਜਿੱਦਾਂ ਦਾ ਫਿਰ ਜੀਵ ਨੂੰ ਤੂੰ ਪ੍ਰੇਰਦਾ ਉੱਦਾਂ ਦੇ ਜੀਵ ਸੰਸਾਰ 'ਚ ਫਿਰ ਉਹ ਕਰਮ ਤੇ ਲੱਗਾ ਹੋਇਆ। ਫੇਰ ਮਾਰੇ ਕਹਿੰਦੇ ਪੌਣ ਪਾਣੀ ਬਸੰਤਰ ਮਾਹੇ, ਚਾਰ ਕੁੰਡ ਦੇ ਦਿਸੇ ਸਮਾਹੇ। ਬਈ ਇਹ ਜੋ ਪੌਣ ਪਾਣੀ ਅਗਨ ਇਹਦੇ ਵਿੱਚ ਵੀ ਤੂੰ ਹੀ ਸਮਾਇਆ ਹੋਇਆ। ਫਿਰ ਇਹ ਚਾਰਾਂ ਕੁੰਡਾਂ ਦਸ਼ਾਂ ਦਿਸ਼ਾਵਾਂ ਵੱਲ ਤੂੰ ਹੀ ਤੂੰ ਹੈ, ਐਸੀ ਕੋਈ ਥਾਂ ਹੀ ਨਹੀਂ ਜਿੱਥੇ ਤੂੰ ਨਹੀਂ ਹੈ, ਤੂੰ ਹਰ ਥਾਂ ਤੇ ਮੌਜੂਦ ਹੈ। ਏਰ ਮਾਰੇ ਕਹਿੰਦੇ ਤਿਸ ਤੇ ਭੈਣ ਨਹੀਂ ਕੋ ਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ। ਵੀ ਤੇਰੇ ਤੋਂ ਭੈਣ ਤੇ ਤੋਂ ਵੱਖਰੀ ਕੋਈ ਐਸੀ ਥਾਂ ਨਹੀਂ ਵੀ ਜਿੱਥੇ ਤੂੰ ਨਹੀਂ ਹੈ। ਜਦੋਂ ਅਸੀਂ ਉਹਨੂੰ ਦੇਖ ਲਿਆ ਫਿਰ ਅਸੀਂ ਜਿੱਥੇ ਵੀ ਜਾਵਾਂਗੇ ਉਹ ਸਾਡੇ ਨਾਲ ਹੈ ਮਾਲਕ। ਤੇ ਐਸੀ ਕੋਈ ਥਾਂ ਨਹੀਂ ਵੀ ਜਿੱਥੇ ਉਹ ਨਹੀਂ ਹੈ, ਤੇ ਫਿਰ ਇਸ ਕਰਕੇ ਜਿੱਥੇ ਵੀ ਜਾਵਾਂਗੇ ਆਪਾਂ ਉਹਦੇ ਵਿੱਚ ਹੀ ਜਾਵਾਂਗੇ। ਵੀ ਉਹ ਤੋਂ ਵੱਖਰਾ ਕੋਈ ਹੋਰ ਥਾਂ ਹੈ ਹੀ ਨਹੀਂ ਵੀ ਜਿੱਥੇ ਉਹ ਨਾ ਹੋਵੇ। ਇਸ ਵਾਸਤੇ ਫਿਰ ਜਦੋਂ ਸਾਨੂੰ ਇਹ ਭੇਤ ਆ ਗਿਆ ਗੁਰੂ ਦੀ ਕਿਰਪਾ ਦੁਆਰਾ, ਫਿਰ ਅਸੀਂ ਉਹਨੂੰ ਦੇਖ ਦੇਖ ਕੇ ਸੁੱਖ ਪਾਉਂਦੇ ਹਾਂ। ਜਿਉਂ-ਜਿਉਂ ਆਪਾਂ ਮਾਲਕ ਨੂੰ ਦੇਖੀ ਜਾਵਾਂਗੇ, ਸਤਿਗੁਰ ਦੀ ਜਿਹੜੀ ਸੇਵਾ ਵਾਹਿਗੁਰੂ ਦੀ ਉਹ ਇਹਨਾਂ ਹੱਥਾਂ ਪੈਰਾਂ ਨਾਲ ਨਹੀਂ ਹੁੰਦੀ। ਸਤਿਗੁਰ ਦੀ ਸੇਵਾ ਹੁੰਦੀ ਦ੍ਰਿਸ਼ਟੀ ਦੁਆਰਾ, ਨੇਤਰਾਂ ਦੁਆਰਾ ਕੀਤੀ ਜਾਂਦੀ, ਅੱਖਾਂ ਦੁਆਰਾ ਦੇਖ ਦੇਖ ਕੇ। ਤੇ ਮਾਲਕ ਨੂੰ ਦੇਖੀ ਜਾਣਾ ਨਜ਼ਰਾਂ ਦੁਆਰਾ ਇਹ ਸੇਵਾ ਹੈ। ਤੇ ਫਿਰ ਨਜ਼ਰਾਂ ਦੁਆਰਾ ਹੀ ਸਾਡਾ ਮਨ ਵਸ 'ਚ ਰਹਿੰਦਾ, ਨਜ਼ਰਾਂ ਦੁਆਰਾ ਹੀ ਨਿਰਮਲ ਰਹਿੰਦਾ। ਇਸ ਨੂੰ ਮਾਰੇ ਕਹਿੰਦੇ ਨਦਰੀ ਸਤਿਗੁਰ ਸੇਵੀਏ, ਨਦਰੀ ਸੇਵਾ ਹੋਈ, ਨਦਰੀ ਇਹ ਮਨ ਵਸ ਆਵੇ, ਨਦਰੀ ਮਨ ਨਿਰਮਲ ਹੋਈ। ਵੀ ਅਸੀਂ ਨਜ਼ਰਾਂ ਦੁਆਰਾ ਦੇਖੀ ਜਾਣਾ ਮਾਲਕ ਨੂੰ। ਜਦੋਂ ਦੇਖੀ ਜਾਵਾਂਗੇ ਦੇਖ ਦੇਖ ਕੇ ਅਸੀਂ ਉਹਦੇ ਵਿੱਚ ਹੀ ਸਮਾ ਜਾਂਦੇ, ਉਹਦੇ ਵਿੱਚ ਹੀ ਲੀਨ ਹੋ ਜਾਂਦੇ। ਇਸ ਨੂੰ ਫਿਰ ਕਹਿੰਦੇ ਲੋਇਣ ਦੇਖ ਰਹੇ ਬਿਸਮਾਦੀ, ਚਿੱਤ ਅਦ੍ਰਿਸ਼ਟ ਲਗਾਈ, ਅਦ੍ਰਿਸ਼ਟ ਸਦਾ ਰਹੇ ਨਰਾਲਮ, ਜੋਤੀ ਜੋਤ ਮਲਾਈ। ਜਦੋਂ ਅਸੀਂ ਦੇਖਦੇ ਦੇਖ ਦੇਖ ਕੇ ਸਾਡੇ ਨੇਤਰ ਵਿਸਮਾਦ 'ਚ ਚਲੇ ਜਾਂਦੇ ਆਨੰਦ ਦੇ ਵਿੱਚ, ਤੇ ਜੋਤ ਜੋਤ ਮਿਲ ਜਾਂਦੀ ਦੇਖ ਦੇਖ ਕੇ। ਸੋ ਇਸ ਵਾਸਤੇ ਹੁਣ ਆਪਾਂ ਨੂੰ ਕਹਿੰਦੇ ਵੀ ਇਹ ਵਸਤੂ ਬਣਾਉਣ ਵਾਸਤੇ ਪਹਿਲਾਂ ਸਾਨੂੰ ਸਿਮਰਨ ਕਰਨਾ ਪੈਣਾ। ਜਿਉਂ-ਜਿਉਂ ਸਿਮਰਨ ਕਰਾਂਗੇ ਫਿਰ ਇਹ ਅਗਲੀਆਂ ਸਟੇਜਾਂ ਨੇ, ਫਿਰ ਅਸੀਂ ਨਾਮ ਨੂੰ ਸੁਣਨਾ, ਫਿਰ ਅਸੀਂ ਸਤਿਗੁਰ ਦੀ ਸੇਵਾ ਕਰਨੀ। ਉਹ ਸਟੈਪ ਬਾਈ ਸਟੈਪ ਹੈ। ਪਰ ਜੇ ਅਸੀਂ ਪਹਿਲਾਂ ਇਹ ਕਵਰ ਕਰਾਂਗੇ ਫਿਰ ਹੀ ਅਗਲੇ ਸਟੈਪ 'ਤੇ ਜਾ ਸਕਦੇ। ਜੇ ਪਹਿਲਾਂ ਹੀ ਨਹੀਂ ਕਵਰ ਕਰਾਂਗੇ ਤਾਂ ਫਿਰ ਅਸੀਂ ਅੱਗੇ ਨਹੀਂ ਜਾ ਸਕਦੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਪਹਿਲਾਂ ਵੱਧ ਤੋਂ ਵੱਧ ਸਿਮਰਨ ਕਰੋ ਤਾਂ ਕਿ ਅਸੀਂ ਗੁਰੂ ਨੂੰ ਭਾ ਜਾਈਏ। ਉਹਦੇ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਵਚਨ ਮੰਨੋ। ਜਦੋਂ ਅਸੀਂ ਵਚਨ ਮੰਨਾਂਗੇ ਤੇ ਫਿਰ ਅਸੀਂ ਕਰਾਂਗੇ। ਆਓ ਹੁਣ ਜੋ ਸਾਨੂੰ ਗੁਰੂ ਸਾਹਿਬਾਨ ਸੰਤ ਸਾਧੂ ਜਨ ਵਚਨ ਕਹਿੰਦੇ ਸਿਮਰਨ ਕਰਨ ਨੂੰ, ਉਹਨਾਂ ਦਾ ਆਪਾਂ ਵਚਨ ਕਮਾਈਏ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਿਉਂ-ਜਿਉਂ ਆਪਾਂ ਇਸ ਸਿਮਰਨ ਨੂੰ ਵਧਾਵਾਂਗੇ ਤੇ ਉਹਦੇ ਸਾਡੇ ਮਨ ਨੇ ਸੁਖੀ ਹੁੰਦਾ ਜਾਣਾ। ਸਤਿਗੁਰੂ ਮੋਹਰ ਲਾਉਂਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ। ਕਿ ਜਿਹੜਾ ਵੀ ਸਿਮਰਨ ਕਰੇਗਾ ਉਹਦਾ ਕਲਾ ਕਲੇਸ਼ ਮਿਟ ਜਾਣਾ, ਉਹਦੇ ਮਨ ਨੇ ਸੁਖੀ ਹੋ ਜਾਣਾ, ਉਹਨੂੰ ਸ਼ਾਂਤੀ ਆ ਜਾਣੀ, ਉਹਨੇ ਸਹਿਜ ਵਿੱਚ ਆ ਜਾਣਾ, ਆਨੰਦ ਵਿੱਚ ਆ ਜਾਣਾ। ਪਰ ਕਰੇ ਜੀ, ਜਿਹੜਾ ਕਰੇਗਾ ਉਹ ਸੁਖੀ ਹੋ ਜਾਏਗਾ, ਜਿਹੜਾ ਨਹੀਂ ਕਰੇਗਾ ਉਹ ਤਾਂ ਦੁਖੀ ਹੈਗਾ ਹੀ ਹੈਗਾ ਸੰਸਾਰ 'ਚ। ਹੁਣ ਜਿਹੜਾ ਜੀਵ ਸਿਮਰਨ ਨਹੀਂ ਕਰਦਾ ਉਹ ਦਾਅਵਾ ਕਰੇ ਵੀ ਮੈਂ ਸੁਖੀ ਬਣਾ, ਉਹ ਤਾਂ ਝੂਠ ਹੀ ਬੋਲਦਾ, ਕਿਉਂਕਿ ਸਿਮਰਨ ਤੋਂ ਬਿਨਾਂ ਸੁਖੀ ਤਾਂ ਜੀਵ ਹੋ ਨਹੀਂ ਸਕਦਾ, ਹੋਰ ਕੋਈ ਸਾਧਨ ਹੀ ਨਹੀਂ ਸੁਖੀ ਹੋਣ ਦਾ। ਇਸ ਵਾਸਤੇ ਸੁੱਖ ਲੈਣ ਵਾਸਤੇ ਹੁਣ ਇਹ ਆਪਾਂ ਬਾਚੋ ਬਸ ਸਿਮਰਨ ਕਰਨਾ ਹੈ। ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹਦੇ ਹਾਂ, ਪੜ੍ਹ ਕੇ ਵਿਚਾਰਨਾ ਹੈ, ਨਾਲ ਨਾਲ ਖੋਜਣਾ ਤਾਂ ਕਿ ਸਾਡਾ ਮਨ ਪਾਸੇ ਨਾ ਜਾਵੇ, ਸਾਨੂੰ ਜੋ ਸਤਿਗੁਰੂ ਕਹਿ ਰਹੇ ਸਾਨੂੰ ਉਹਦੀ ਸਮਝ ਆ ਜੀ, ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ ਹੈ ਤਾਂ ਕਿ ਜੋ ਗਿਆਨ ਸਤਿਗੁਰੂ ਸਾਨੂੰ ਦੇ ਰਹੇ ਉਹ ਸਾਡੇ ਹਿਰਦਿਆਂ 'ਚ ਵਸ ਜੀ, ਸਾਨੂੰ ਸਮਝ ਲੱਗ ਜੀ। ਜਿਉਂ-ਜਿਉਂ ਅਸੀਂ ਸਤ ਸੰਗਤ ਕਰਾਂਗੇ ਫੇਰ ਹੀ ਸਾਨੂੰ ਗੁਰਬਾਣੀ ਗੁਰੂ ਦੀ ਸਮਝ ਆਉਣ ਲੱਗਦੀ। ਜਦ ਤੱਕ ਜੀ ਸਤ ਸੰਗਤ ਨਹੀਂ ਕਰਦਾ ਉਹਨੂੰ ਸਮਝ ਨਹੀਂ ਆਉਂਦੀ, ਕਿਉਂਕਿ ਜਿਹਨੇ ਖੋਜਣਾ ਸੀ ਉਹ ਮਨ ਟਿਕਦਾ ਨਹੀਂ, ਮਨ ਤਾਂ ਬਾਹਰ ਭੱਜਾ ਫਿਰਦਾ ਵਿਚਾਰਾਂ 'ਚ ਫੁਰਨਿਆਂ 'ਚ, ਮਨ ਤਾਂ ਸੁੱਤਾ ਪਿਆ। ਇਸ ਕਰਕੇ ਫਿਰ ਸਮਝ ਨਹੀਂ ਆਉਂਦੀ, ਤਾਂਹੀਓ ਮਨ ਠੰਡਾ ਨਹੀਂ ਹੁੰਦਾ, ਤਾਂਹੀਓ ਸੀਤਲ ਨਹੀਂ ਹੁੰਦਾ, ਤਾਂਹੀਓ ਅੰਦਰੋਂ ਵੈਰ ਵਿਰੋਧ ਈਰਖਾ ਨਫ਼ਰਤ ਜਾਂਦੀ ਨਹੀਂ, ਹਉਮੈ ਹੰਕਾਰ ਜਾਂਦਾ ਨਹੀਂ। ਸੋ ਇਸ ਵਾਸਤੇ ਹੁਣ ਇਹ ਆਪਾਂ ਵੱਧ ਤੋਂ ਵੱਧ ਫਿਰ ਸੰਗਤ ਕਰਨੀ। ਬਾਕੀ ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਕਿ ਜਿਸ ਮਕਸਦ ਵਾਸਤੇ ਅਸੀਂ ਇਸ ਸੰਸਾਰ 'ਚ ਆਏ ਹਾਂ, ਪਰਮਾਤਮਾ ਵਾਹਿਗੁਰੂ ਨੂੰ ਮਿਲਣ ਵਾਸਤੇ, ਆਪਾਂ ਜਿਉਂਦੇ ਜੀ ਮਾਲਕ ਨੂੰ ਮਿਲਣਾ, ਜਿਉਂਦੇ ਜੀ ਮੁਕਤ ਹੋਣਾ, ਜਿਉਂਦੇ ਜੀ ਆਪਾਂ ਦਰਗਾਹ 'ਚ ਥਾਂ ਲੈਣਾ, ਪਹਿਲਾਂ ਹੀ ਆਉਣ ਜਾਣ ਬਣਾ ਲੈਣਾ ਤਾਂ ਕਿ ਸਾਨੂੰ ਕਿਸੇ ਹੋਰ ਤੇ ਆਸ ਨਾ ਰਵੇ ਬਈ ਜਦੋਂ ਅਸੀਂ ਮਰਾਂਗੇ, ਮਰਨ ਤੋਂ ਬਾਅਦ ਸਾਡਾ ਆਹ ਕਰਿਓ, ਸਾਡਾ ਉਹ ਕਰਿਓ, ਇਹ ਕਰਿਓ। ਉਹ ਤਾਂ ਬਾਅਦ ਦੀਆਂ ਗੱਲਾਂ ਸੰਸਾਰ 'ਚ, ਜਿਵੇਂ ਮਨਮੁੱਖਾਂ ਦਾ ਹੁੰਦਾ ਵੀ ਸਾਨੂੰ ਮਰਨ ਤੋਂ ਬਾਅਦ ਆਏ ਕਰਿਓ, ਸਾਡਾ ਸਰਾਧ ਕਰਾਇਓ, ਸਾਨੂੰ ਮੰਨਿਓ, ਸਾਨੂੰ ਸਾਡੀ ਥਾਂ ਬਣਾ ਦਿਓ ਸਾਨੂੰ। ਉਹਦਾ ਉਹਨੂੰ ਬਾਅਦ 'ਚੋਂ ਕੋਈ ਲਾਹਾ ਨਹੀਂ ਹੈ, ਕਿਉਂਕਿ ਜਦੋਂ ਚਲਿਆ ਹੀ ਗਿਆ ਉਹਨੇ ਕਿਹੜਾ ਮੁੜ ਕੇ ਦੇਖਣ ਆਉਣਾ ਵੀ ਕੌਣ ਮੈਨੂੰ ਯਾਦ ਕਰਦਾ ਜਾਂ ਨਹੀਂ ਕਰਦਾ। ਉਹ ਤਾਂ ਜਦੋਂ ਜੂਨ ਦੂਸਰੀ 'ਚ ਪਤਾ ਉਹਨੂੰ ਪਿਛੋਕੜ ਭੁੱਲ ਜਾਣਾ ਸਾਰਾ ਕੁਛ। ਸੋ ਇਸ ਵਾਸਤੇ ਅਸੀਂ ਜਿਉਂਦੇ ਜੀ ਹੁਣ ਮੁਕਤ ਹੋਣਾ, ਦਰਗਾਹ 'ਚ ਥਾਂ ਲੈਣੀ, ਤੇ ਜਦੋਂ ਸਾਨੂੰ ਥਾਂ ਮਿਲ ਗਈ ਫਿਰ ਸਾਨੂੰ ਲੋੜ ਹੀ ਨਹੀਂ ਆ ਸੰਸਾਰ ਦੀ ਮੁੜ ਕੇ, ਨਾ ਹੀ ਸਾਡੀ ਇੱਛਾ ਰਹਿੰਦੀ ਵੀ ਸਾਨੂੰ ਕੋਈ ਯਾਦ ਕਰੇ ਜਾਂ ਸਾਨੂੰ ਕੋਈ ਬਾਅਦ ਦੇ ਵਿੱਚ ਮੰਨੇ। ਇਸ ਵਾਸਤੇ ਫਿਰ ਆਪਾਂ ਇਹ ਕੋਸ਼ਿਸ਼ ਕਰਨੀ ਵੀ ਜਿਉਂਦੇ ਜੀ ਆਪਾਂ ਹੁਣ ਮਾਲਕ ਨੂੰ ਮਿਲੀਏ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।